सत श्री अकाल मेरे सारे दोस्तों, की हाल ने जी। उम्मीद करदा बिल्कुल ठीक होवोगे। तो अज तुहाडे वास्ते लैके आए भाई साहब सितंबर के करंट अफेयर। ठीक है ना जी, ये सितंबर के अज लास्ट है। ठीक है, लास्ट करंट अफेयर है सितंबर के। इस तो बाद अपने अक्तूबर के शुरू हो जाएंगे। अक्तूबर तो बाद नवंबर, नवंबर तो बाद दसंबर, हफ्ते हफ्ते तुहानूं करंट अफेयर करवा रहे हैं। क्योंकि भाई साहब करंट अफेयर करवाउण दा मेरा मकसद ये है कि क्योंकि ज़्यादातर जिहड़ा हुण पुछया जा रहा है पेपर, वो पुछया जा रहा है करंट अफेयरां दे विच्चों। हुण तुहानूं दस दांगा, जे तुसीं पंजाब दा, सेंटर दा, ਤਾਂ ਸੈਂਟਰ ਦਾ ਚਲੋ ਬਾਅਦ ਦੀ ਗੱਲ ਕਰਦੇ ਪਰ ਪੰਜਾਬ ਦੇ ਪੇਪਰ ਦੀ ਗੱਲ ਕਰਦੇ ਹਾਂ। ਜੇ ਤੁਸੀਂ ਪੰਜਾਬ ਦਾ ਪੇਪਰ ਕਲੀਅਰ ਕਰਨਾ, ਜੀਕੇ ਦੇ ਵਿੱਚੋਂ 30 ਚੋਂ 30 ਨੰਬਰ ਲੈਣੇ ਆ, ਤਾਂ ਉਹਦੇ ਵਾਸਤੇ ਤੁਹਾਨੂੰ ਸਭ ਤੋਂ ਵਧੀਆ ਤਰੀਕਾ ਦੱਸਦਾ ਮੈਂ। ਮਾਡਰਨ ਹਿਸਟਰੀ ਮੈਂ ਤੁਹਾਨੂੰ ਕਰਵਾ ਰਿਹਾ MCQ ਅੱਜ ਤੋਂ। ਠੀਕ ਹੈ, ਪੋਲਿਟੀ, ਠੀਕ ਹੈ, ਇਹਨਾਂ ਦੇ MCQ ਕਰਵਾਊਂਗਾ ਐਪ 'ਤੇ ਵੀ। ਦੇ ਇਹਨਾਂ ਦੇ ਸਪੈਸ਼ਲ हज़ार MCQ ਜਾਂ 500 हज़ार MCQ ਹੋਣਗੇ ਇਹਨਾਂ ਦੇ, ਜਾਂ 500 MCQ। ਕਹਿਣ ਦਾ ਮਤਲਬ ਕਿ ਮਾਡਰਨ ਹਿਸਟਰੀ, ਪੋਲਿਟੀ, ਆਹ ਜਿਹੜੇ ਮੈਂ ਤੁਹਾਨੂੰ MCQ ਕਰਵਾਊਂਗਾ ਐਪ 'ਤੇ ਵੀ ਚੱਲਣਗੇ, ਵਿੱਚ ਕਲਾਸਾਂ YouTube 'ਤੇ ਵੀ ਚੱਲਣਗੀਆਂ। ਠੀਕ ਹੈ, ਇਹ ਜਿਹੜੇ ਬੱਚਿਆਂ ਨੇ 1000 MCQ ਅਤੇ ਆਹ ਪੋਲਿਟੀ ਦੇ MCQ ਲਾ ਲਏ, ਉਹਨਾਂ ਨੂੰ ਕਿਸੇ ਵੀ ਪੇਪਰ ਵਾਸਤੇ ਪੋਲਿਟੀ ਅਤੇ ਮਾਡਰਨ ਹਿਸਟਰੀ ਚੱਕਣ ਦੀ ਲੋੜ ਨਹੀਂ ਹੈਗੀ। ਇੱਕ ਵਾਰੀ ਇਹ ਫੇਰ ਲਓ, ਨਾਲ ਕਰੀ ਚਲੋ ਕਰੰਟ ਅਫੇਅਰ। ਤੁਹਾਡੇ ਬਹੁਤ ਵਧੀਆ ਤਰੀਕੇ ਨਾਲ ਤੁਹਾਡਾ ਪੇਪਰ ਕਲੀਅਰ ਹੋਊਗਾ। 30 ਦੇ ਵਿੱਚੋਂ ਜੀਕੇ ਦੇ ਵਿੱਚੋਂ 25 ਤੋਂ 26 ਨੰਬਰ ਤੁਹਾਡੇ ਵੱਟ 'ਤੇ ਪਏ ਹੈ। ਠੀਕ ਹੈ, ਤਾਂ ਕਰਕੇ ਉਹੀ ਚੀਜ਼ਾਂ ਪੜ੍ਹੋ ਜਿਨ੍ਹਾਂ ਦੇ ਵਿੱਚ ਤੁਹਾਨੂੰ ਲੱਗਦਾ ਦਮ ਹੈਗਾ। ਫਾਲਤੂ ਚੀਜ਼ਾਂ ਪੜ੍ਹਨ ਦੀ ਕੋਸ਼ਿਸ਼ ਨਾ ਕਰੋ। ਠੀਕ ਹੈ, ਬਾਕੀ ਰਾਜੀ ਜੇ ਕਿਸੇ ਕੈਂਡੀਡੇਟ ਨੇ ਫੁੱਲ ਬੈਚ ਲੈਣਾ ਗਾ, ਉਹ ਆਪਣੀ ਐਪ ਤੋਂ ਮਿਲ ਸਕਦਾ ਗਾ। ਐਪ ਦਾ ਨਾਮ ਹੈਗਾ ਗਾ ਦੀਪ ਭੁੱਲਰ ਐਜੂਕੇਸ਼ਨ ਆਰਾ। ਜਿਨ੍ਹਾਂ ਬੱਚਿਆਂ ਕੋਲ ਆਈਫੋਨ ਆ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ। ਕਲਾਸ ਪਲੱਸ ਅਤੇ ORG ਕੋਡ ਫਿਲ ਕਰਨਾ, XX RAM। ਠੀਕ ਹੈ ਜੀ, 78 148 85 915 ਦੇ। ਜੇ ਕਿਸੇ ਕੈਂਡੀਡੇਟ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਮੈਨੂੰ ਦੱਸ ਸਕਦਾ ਗਾ। ਸਾਰੇ ਪੰਜਾਬ ਪੁਲਿਸ, ਫੋਰੈਸਟ ਗਾਰਡ, BDO ਕਲਰਕ ਅਤੇ ਸਾਰਿਆਂ ਦੇ ਬੈਚ ਆਪਣੇ ਕੋਲ ਆਲਰੇਡੀ ਚੱਲ ਰਹੇ ਆ, ਜਿਹਦੇ 'ਚ ਤੁਸੀਂ ਸਾਰਾ ਕੁਛ ਆਪਣਾ ਲੈ ਸਕਦੇ ਹੋ। ਬੈਚ ਜਿਹਦੇ 'ਚ ਪ੍ਰੋਪਰ ਆ ਸਾਰਾ ਕੁਛ A to Z। ਇੱਕ ਸੇਵ ਬੈਲਟ ਜਿਹੜਾ ਮਿਲ ਰਿਹਾ ਪੰਜਾਬ ਦੇ, ਆਲ ਪੰਜਾਬ ਦੇ ਵਿੱਚ ਸਭ ਤੋਂ ਘੱਟ ਰੇਟ 'ਤੇ PDF ਨਾਲ ਪ੍ਰੋਵਾਈਡ ਹੁੰਦੇ। ਨੋਟਸ ਬਣਾਉਣ ਦੀ ਤੁਹਾਨੂੰ ਲੋੜ ਨਹੀਂ ਹੈਗੀ। ਠੀਕ ਹੈ, ਜੇ ਕੋਈ ਕਹਿੰਦੇ ਨਵਾਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦਾ। ਇੰਸਟਾਗ੍ਰਾਮ 'ਤੇ ਮੇਰੀ ID ਹੈਗੀ ਆ ਭੁੱਲਰ 3518। ਠੀਕ ਹੈ ਜੀ, ਚਲੋ ਹੁਣ ਚੱਲਦੇ ਆਪਾਂ ਆਪਣੇ ਕੰਮ 'ਤੇ। ਠੀਕ ਹੈ ਜੀ, MCQ ਦੇਖੋ ਰਾਜੇ, ਜਿਹੜੇ ਮੈਂ MCQ ਕਰਵਾ ਰਿਹਾ ਹੈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਰਾਜੇ। ਜੇ ਤੁਸੀਂ ਦੇਖਣਾ ਚਾਹੁੰਦੇ ਪੇਪਰਾਂ ਦੇ ਵਿੱਚ ਇਹਦੇ 'ਚ ਬਹੁਤ ਕਰੰਟ ਅਫੇਅਰ ਆਏ ਹੋਏ ਆ। ਠੀਕ ਹੈ, ਦੇਖੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ESSCI ਹੈਜ਼ ਸਾਈਨ MOU ਵਿੱਚ ਫੋਲੋਇੰਗ ਕੰਪਨੀ ਟੂ ਇਨਪਾਵਰ ਦਾ ਯੂਥ ਐਂਡ ਇੰਡਸਟਰੀਅਲ ਰੈਲੀਵੈਂਟ ਸਕਿੱਲ ਇਨ ਇਮਰਜਿੰਗ ਟੈਕਨੋਲੋਜੀ ਡੋਮੇਨ ਟੂ ਐਨਹੈਂਸ ਦੇਅਰ ਇੰਪਲੋਏਬਿਲਿਟੀ। ਇੰਪਲੋਏਬਿਲਿਟੀ ਦਾ ਮਤਲਬ ਹੁੰਦਾ ਰਾਜੇ ਰੁਜ਼ਗਾਰ ਦੇਣ ਵਾਸਤੇ। ਠੀਕ ਹੈ, ESSCI ਨੇ ਨੌਜਵਾਨਾਂ ਦੀ ਰੁਜ਼ਗਾਰ ਯੋਗਤਾ ਨੂੰ ਵਧਾਉਣ ਲਈ, ਦੇਖੋ ਰਾਜੇ ਤੁਹਾਨੂੰ ਪਤਾ ਕਿ ਬੇਰੁਜ਼ਗਾਰੀ ਬਹੁਤ ਹੈ। ਇਹ ਕਹਿੰਦੇ ਕਿ ਆਪਾਂ ਜਿਹੜੀ ਬੇਰੁਜ਼ਗਾਰੀ ਉਹਨੂੰ ਘਟਾਉਣਾ ਗਾ। ਠੀਕ ਹੈ, ਉਹਦੇ ਵਾਸਤੇ ਰਾਜੇ ਕੀ ਕੀਤਾ ਇਹਨਾਂ ਨੇ। ਠੀਕ ਹੈ ਜੀ, ਟੈਕਨੋਲੋਜੀ ਡੋਮੇਨਾਂ ਵਿੱਚ ਉਦਯੋਗਿਕ ਸੰਬੰਧੀ ਹੁਨਰਾਂ ਵਿੱਚ ਸਸ਼ਕਤ ਕਰਨ ਲਈ ਹੇਠ ਲਿਖੇ ਕਿਸ ਕੰਪਨੀ ਦੇ MOU ਸਾਈਨ ਕੀਤਾ ਕਿ ਬਹੁਤ ਸਾਰੇ ਬੱਚਿਆਂ ਨੂੰ ਇੱਥੇ ਰੁਜ਼ਗਾਰ ਦਿੱਤਾ ਜਾਊਗਾ, ਨੌਕਰੀ ਦਿੱਤੀ ਜਾਊਗੀ। ਇਹ ਕੰਪਨੀ ਹੈ ਰਾਜੇ। ਠੀਕ ਹੈ, ESSCI। ਠੀਕ ਹੈ ਜੀ, ਫੁੱਲ ਫਾਰਮ ਹੈਗੀ ਹੈ ਦਾ ਇਲੈਕਟ੍ਰੋਨਿਕ ਸੈਕਟਰ ਸਕਿੱਲ ਕਾਉਂਸਲ ਆਫ ਇੰਡੀਆ। ਠੀਕ ਹੈ, ਵੈਸੇ ਤੁਸੀਂ ਕੰਪਨੀ ਨੂੰ ਨਾ ਯਾਦ ਕਰਨ ਦੀ ਕੋਈ ਲੋੜ ਨਹੀਂ, ਸਿਰਫ ਇੰਨਾ ਯਾਦ ਕਰ ਲਓ ਇਲੈਕਟ੍ਰੋਨਿਕ ਸੈਕਟਰ ਸਕਿੱਲ ਕਾਉਂਸਲ ਆਫ ਇੰਡੀਆ। ਨਾ ਯਾਦ ਕਰਨ ਦੀ ਕੋਈ ਲੋੜ ਨਹੀਂ ਹੈਗੀ, ਤੁਹਾਨੂੰ ਉੱਥੇ ECC ਮਿਲਿਆ ਦਿਸੂਗਾ। ਠੀਕ ਹੈ, ਅਤੇ ਇਹ ਕਹਿੰਦੇ ਜਿਹੜਾ ਸਾਈਨ ਹੈ ਕਿਹੜੀ ਕੰਪਨੀ ਨਾਲ ਕੀਤਾ ਇਹਨਾਂ ਨੇ, ਇਹ ਪੁੱਛ ਰਹੇ। ਤਾਂ ਇਹ ਸਾਈਨ ਕੀਤਾ ਰਾਜੇ ਸੈਮਸੰਗ ਨਾਲ। ਠੀਕ ਹੈ, ਸੈਮਸੰਗ ਕੰਪਨੀ ਨਾਲ ਇਹਨਾਂ ਨੇ ਇਹ ਚੀਜ਼ਾਂ ਸਾਈਨ ਕੀਤੀਆਂ ਗਈਆਂ। ਠੀਕ ਹੈ ਰਾਜੇ, ਐਪਲ ਕੰਪਨੀ ਦੀ ਗੱਲ ਕਰਦੇ ਹਾਂ। ਐਪਲ ਕੰਪਨੀ ਦੀ ਕਿਹਨੇ ਕਰੀ ਸੀ? ਸਟੀਵ ਜੋਬਸ ਐਪਲ ਕੰਪਨੀ ਦੇ ਮੇਨ ਹੈ। ਮਾਈਕਰੋਸੋਫਟ ਸਤਿਆ ਨਡੇਲਾ। ਠੀਕ ਹੈ, ਤਾਂ ਇਹ ਸਾਰੇ ਤੁਸੀਂ ਯਾਦ ਕਰ ਲਓ। ਮਾਈਕਰੋਸੋਫਟ ਵਿੰਡੋ ਕੰਪਨੀ, ਕੰਪਿਊਟਰ PC ਵਗੈਰਾ ਦਾ ਸਾਨੂੰ ਹੁੰਦਾ ਗਾ, ਇਹ ਚੀਜ਼ ਯਾਦ ਕਰ ਲਓ। ਠੀਕ ਹੈ, ਇਸ ਤੋਂ ਬਾਅਦ ਅਗਲਾ ਆਪਰੇਸ਼ਨ ਰਾਜੇ। ਇਹ ਆਪਰੇਸ਼ਨ ਕਿਉਂ ਇੰਪੋਰਟੈਂਟ ਹੋ ਜਾਂਦਾ ਗਾ, ਦੇਖੋ ਕਹਿੰਦੇ ਵਾਈਸ ਪ੍ਰੈਜ਼ੀਡੈਂਟ ਜਗਦੀਪ ਧਨਕਰ। ਪਹਿਲਾ ਆਪਰੇਸ਼ਨ ਇੱਥੋਂ ਬਣ ਕੇ ਜਿਹੜੇ ਆਪਣੇ ਵਾਈਸ ਪ੍ਰੈਜ਼ੀਡੈਂਟ ਆ ਹੁਣ ਇਹ ਜਗਦੀਪ ਧਨਕਰ ਹੈ। ਇਹਨਾਂ ਨੇ ਕੀ ਕੀਤਾ ਰਾਜੇ? ਉਦਘਾਟਨ ਕੀਤਾ ਗਾ 3rd ਐਡੀਸ਼ਨ ਦਾ, ਤੀਜੇ ਐਡੀਸ਼ਨ ਦਾ। ਕਾਹਦਾ? ਲੋਕ ਮੰਥਨ ਪ੍ਰੋਗਰਾਮ। ਲੋਕ ਮੰਥਨ ਪ੍ਰੋਗਰਾਮ ਦਾ ਉਦਘਾਟਨ ਕਿਸ ਨੇ ਕੀਤਾ ਗਾ? ਪਹਿਲਾ ਆਪਰੇਸ਼ਨ ਤਾਂ ਇਹ ਬਣੂਗਾ, ਇਹ ਕੀਤਾ ਗਾ ਜਗਦੀਪ ਧਨਕਰ ਨੇ। ਦੂਜਾ ਆਪਰੇਸ਼ਨ ਆ ਸਕਦਾ ਕਿ ਜਿਹੜਾ ਵਾਈਸ ਪ੍ਰੈਜ਼ੀਡੈਂਟ ਜਗਦੀਪ ਧਨਕਰ ਨੇ ਲੋਕ ਮੰਥਨ ਪ੍ਰੋਗਰਾਮ ਦਾ ਉਦਘਾਟਨ ਕੀਤਾ, ਕਿਵੇਂ ਐਡੀਸ਼ਨ ਦਾ ਕੀਤਾ ਗਾ? ਤਾਂ ਤੀਜਾ ਐਡੀਸ਼ਨ। ਠੀਕ ਹੈ, 2 ਆਪਰੇਸ਼ਨ ਤਾਂ ਰਾਜੇ ਇੱਥੋਂ ਹੀ ਬਣ ਗਏ, 3 ਵਾਈਸ ਪ੍ਰੈਜ਼ੀਡੈਂਟ ਦਾ ਨਾਂ ਵੀ ਆ ਗਿਆ। ਹੁਣ ਪੁੱਛ ਰਹੇ ਇਹ ਕਰਿਆ ਕਿੱਥੇ ਆ? ਤਾਂ ਇਹ ਕੀਤਾ ਰਾਜੇ ਇਹਨਾਂ ਨੇ ਗੁਹਾਟੀ। C ਨੰਬਰ ਆਪਸ਼ਨ ਬਿਲਕੁਲ ਇੰਪੋਰਟੈਂਟ ਅਤੇ ਬਹੁਤ ਇੰਪੋਰਟੈਂਟ ਆਪਰੇਸ਼ਨ ਹੈਗਾ। ਠੀਕ ਹੈ ਰਾਜੇ, ਚਲੋ ਚੱਲਦੇ ਹਾਂ ਇੱਕ ਅਗਲੇ 'ਤੇ।
ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੇ ਵਿੱਚ ਆਪਾਂ ਤੋਂ ਪੁੱਛ ਰਹੇ ਨੇ, ਕਹਿੰਦੇ ਵਿਚ ਆਫ ਦਾ ਫੋਲੋਇੰਗ ਕੰਪਨੀ ਹੈਜ਼ ਬੀਨ ਦਾ ਮਹਾਰਤਨਾ ਕੰਪਨੀ ਸਟੇਟਸ ਆਫ ਸੈਂਟਰਲ ਗਵਰਨਮੈਂਟ। ਦੇਖੋ ਰਾਜੀ ਮਹਾਰਤਨਾ ਕੰਪਨੀ ਕਿਹੜੀ ਹੁੰਦੀ ਹੈ, ਆਪਣੇ ਬਹੁਤ ਸਾਰੀਆਂ ਮਹਾਰਤਨਾ ਕੰਪਨੀਆਂ ਗਈਆਂ, ਜਿਵੇਂ NPCL ਨੂੰ ਵੀ ਪਹਿਲਾਂ ਇਹਦਾ ਕ੍ਰੈਡਿਟ ਮਿਲਿਆ ਹੋਇਆ ਹੈਗਾ। ਠੀਕ ਹੈ, ਇਹਦਾ ਜੋ ਕੰਪਨੀਆਂ ਹੁੰਦੀਆਂ ਹੈਗੀਆਂ ਜਿਨ੍ਹਾਂ ਨੂੰ ਮਤਲਬ ਜ਼ਿਆਦਾ ਪ੍ਰੋਫਿਟ ਦੇ ਵਿੱਚ ਚੱਲ ਰਹੀਆਂ ਉਹ ਕੰਪਨੀਆਂ, ਮਹਾਰਤਨਾ ਕੰਪਨੀਆਂ ਬਹੁਤ ਜ਼ਿਆਦਾ ਹੈ। ਠੀਕ ਹੈ, ਪਰ ਜੇ ਤੋਂ ਹੁਣੀ ਤੁਹਾਨੂੰ ਪੇਪਰ ਦੇ ਵਿੱਚ ਪ੍ਰਸ਼ਨ ਪੁੱਛ ਲੈਂਦੇ ਆ, ਵੈਸੇ ਇਹ ਪ੍ਰਸ਼ਨ ਜਿਹੜੇ ਪੰਜਾਬ ਪੁਲਿਸ ਵਾਲੇ ਬੱਚੇ ਉਹ ਸਕਿੱਪ ਵੀ ਕਰ ਸਕਦੇ, ਕਿਉਂਕਿ ਉਦੋਂ ਨੂੰ ਬਹੁਤ ਸਾਰੀਆਂ ਹੋਰ ਵੀ ਮਹਾਰਥਨ ਕੰਪਨੀਆਂ ਆ ਜਾਣਗੀਆਂ। ਤਾਂ ਕਰਕੇ ਜਿਹੜੇ ਬੱਚੇ ਨੇ ਨਵਾਂ ਪੇਪਰ ਦੇਣਾ, ਜਿਵੇਂ SSS ਬੋਰਡ ਦਾ ਦੇਣਾ, BDO ਦਾ ਦੇਣਾ, ਉਹ ਇਹ ਪ੍ਰਸ਼ਨ ਕਰ ਸਕਦੇ, ਪੰਜਾਬ ਪੁਲਿਸ ਵਾਲੇ ਭਾਵੇਂ ਨਾ ਕਰਨ, ਕਿਉਂਕਿ ਮੈਨੂੰ ਇਹ ਹੁੰਦਾ ਕਿ ਘੱਟ ਤੋਂ ਘੱਟ ਤੁਹਾਡਾ ਮਤਲਬ ਮੈਂ ਉਹ ਕਰਵਾਵਾਂ ਕਿ ਘੱਟ ਤੋਂ ਘੱਟ ਤੁਹਾਡੇ ਯਾਦ ਰਹੇ ਚੀਜ਼, ਕਿ ਘੱਟ ਤੋਂ ਘੱਟ ਤੁਹਾਨੂੰ ਮੈਂ ਉਹ ਚੀਜ਼ ਪ੍ਰੋਵਾਈਡ ਕਰਵਾਵਾਂ ਜਿਹੜੀ ਤੁਸੀਂ ਯਾਦ ਰਹੇ ਜੀ ਤੁਹਾਡੇ। ਠੀਕ ਹੈ, ਤਾਂ ਇਹੀ ਚੀਜ਼ ਯਾਦ ਕਰ ਲਿਓ। ਠੀਕ ਹੈ, RAC ਲਿਮਟਿਡ ਜਿਹਦੇ ਨਾਲ ਵੀ ਲੱਗ ਜਾਂਦਾ ਨਾ, ਇੱਕ ਪ੍ਰਾਈਵੇਟ ਸੰਸਥਾ ਬਣ ਜਾਂਦੀ ਹੈ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਰਾਜੀ, ਅਗਲੇ ਪ੍ਰਸ਼ਨ ਦੇ ਵਿੱਚ ਕੀ ਪੁੱਛ ਰਹੇ ਨੇ ਆਪਾਂ ਨੂੰ, ਕਹਿੰਦੇ ਹੂ ਹੈਜ਼ ਬੀਨ ਨੇਮ ਦਾ ਐਸ ਦਾ, ਜਿਹੜਾ ਕੋਈ ਚੀਜ਼ ਲੈਂਦਾ ਰਾਜੇ ਉਹਨੂੰ ਕਹਿ ਦਿੰਦੇ ਆ ਇਹ ਚੀਜ਼। ਠੀਕ ਹੈ, ਆਫ ਦਾ ਹਰਮਨ ਕੈਸਟਨ ਪ੍ਰਾਈਜ਼ ਵਾਈ ਦਾ PEN ਸੈਂਟਰ ਇਨ ਜਰਮਨੀ ਇਜ਼ ਡਾਰਮਸਟੈਡ। ਜਰਮਨੀ ਦੇ ਡਾਰਮਸਟੈਡ ਵਿੱਚ PEN ਸੈਂਟਰ ਦੁਆਰਾ ਹਰਮਨ ਕੈਸਟਨ ਇਨਾਮ ਦੇ ਪ੍ਰਾਪਤਕਰਤਾ ਵਜੋਂ ਕਿਸ ਨੂੰ ਨਾਮ ਦਿੱਤਾ ਗਿਆ। ਇਹਦਾ ਜੇ ਨਾਮ ਦਿੱਤਾ ਗਿਆ ਹੈਗਾ। ਠੀਕ ਹੈ, ਇਹ ਨਾਮ ਦਿੱਤਾ ਗਿਆ ਹੈਗਾ। ਇਹ ਨਾਮ ਕਿਹਨੂੰ ਦਿੱਤਾ ਗਿਆ ਹੈਗਾ, ਇਹ ਗੱਲ ਕਹਿ ਰਹੇ ਨੇ। ਠੀਕ ਹੈ, ਇਹ ਪ੍ਰਾਈਜ਼ ਦਾ ਨਾਮ ਹੈਗਾ ਹਰਮਨ ਕੈਸੇ ਪ੍ਰਾਈਜ਼। ਠੀਕ ਹੈ, ਇਹ ਦਿੱਤਾ ਗਿਆ ਕਿਹਦੇ ਦੁਆਰਾ, ਜਰਮਨੀ ਦੁਆਰਾ ਦਿੱਤਾ ਗਿਆ, PEN ਸੈਂਟਰ ਦੁਆਰਾ। ਇਹ ਕਿਹਨੂੰ ਦਿੱਤਾ ਗਿਆ ਨਾਮ ਦੀ ਗੱਲ ਕਰਦੇ ਰਾਜੇ, ਦੱਸੋ ਕਿਹਨੂੰ ਦਿੱਤਾ ਹੋ ਸਕਦਾ ਇਹ ਨਾਮ। ਤਾਂ ਇਹ ਨਾਮ ਦਿੱਤਾ ਰਾਜੇ ਆਪਣੇ ਮੀਨਾ ਨੂੰ। ਠੀਕ ਹੈ, ਮੀਨਾ ਨੂੰ ਦਿੱਤਾ ਗਾ। ਠੀਕ ਹੈ, ਇਹ ਆਥਰ ਹੈ ਇੱਕ। ਠੀਕ ਹੈ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ। ਅਗਲਾ ਪ੍ਰਸ਼ਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਅਗਲੇ 'ਚ ਕੀ ਕਹਿ ਰਹੇ ਨੇ, ਕਹਿੰਦੇ ਹੂ ਹੈਜ਼ ਰਿਲੀਜ਼ਡ। ਠੀਕ ਹੈ, ਇੱਕ ਕਲੈਕਸ਼ਨ ਆਫ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਸਿਲੈਕਟਡ ਸਪੀਚਸ ਸਬਕਾ ਸਾਥ ਸਬਕਾ ਵਿਕਾਸ ਵਿਸ਼ਵਾਸ। ਠੀਕ ਹੈ, ਐਟ ਆਸ਼ਮਨੀ ਭਵਨ ਇਨ ਨਿਊ ਦਿੱਲੀ। ਨਵੀਂ ਦਿੱਲੀ ਦੇ ਆਕਾਸ਼ਵਾਣੀ ਭਵਨ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੁਣੇ ਹੋਏ ਭਾਸ਼ਣ ਸਾਬਕਾ ਸਾਥ ਸਾਬਕਾ ਵਿਕਾਸ ਵਿਸ਼ਵਾਸ ਦਾ ਸੰਗ੍ਰਹਿ ਕਿਸ ਨੇ ਜਾਰੀ ਕੀਤਾ ਗਾ। ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਜਿੱਥੇ ਵੀ ਮੋਦੀ ਸਾਹਿਬ ਦਾ ਨਾਮ ਆ ਗਿਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ। ਇਹ ਹੈਗਾ ਆਪਣੇ D ਨੰਬਰ ਆਪਸ਼ਨ ਬਕੇਆ ਨਾਇਡੂ। ਹੁਣ ਤੁਸੀਂ ਇਹ ਦੱਸੋ ਬਕੇਆ ਨਾਇਡੂ ਕੌਣ ਸੀ ਆਪਣੇ, ਬਕੇਆ ਨਾਇਡੂ ਕੌਣ ਹੈ। ਠੀਕ ਹੈ, ਇਹ ਕਮੈਂਟਾਂ ਦੇ ਵਿੱਚ ਤੁਸੀਂ ਦੱਸਣਾ। ਦੇਖੋ ਰਾਜੇ ਜਿਹੜੇ ਪ੍ਰਸ਼ਨ ਨੋਰਮਲ ਹੋਣਗੇ ਉਹਨਾਂ ਨਾਲ ਮੈਂ ਸਿੱਧੇ ਕਰੂੰਗਾ, ਸਿਨੇਮਾ ਵਾਲਾ ਪ੍ਰਸ਼ਨ ਆ ਸਕਦਾ ਕਿਉਂਕਿ ਸਿਨੇਮਾ ਨੇ ਸਪੈਸ਼ਲ ਵਿੱਚ ਲਿਖਿਆ ਹੋਇਆ ਹੈਗਾ। ਠੀਕ ਹੈ ਜੀ, ਤਾਂ ਇਹ ਮਨਾਇਆ ਜਾਂਦਾ ਆਪਣਾ 23 ਸਤੰਬਰ ਨੂੰ। ਠੀਕ ਹੈ, 23 ਸਤੰਬਰ ਨੂੰ ਮਨਾਇਆ ਜਾਂਦਾ ਹੈਗਾ। ਅਤੇ ਪਿਛਲੇ ਸਾਲ ਜਿਹੜਾ ਇਹ ਮਨਾਇਆ ਗਿਆ ਸੀ, ਇਹ ਮਨਾਇਆ ਸੀਗਾ ਪਿਛਲੇ ਸਾਲ 16 ਸਤੰਬਰ ਨੂੰ ਮਨਾਇਆ ਗਿਆ ਸੀ। ਠੀਕ ਹੈ, ਯਾਦ ਰੱਖਣਾ ਜੀ, ਪਿਛਲੇ ਸਾਲ ਦਾ ਪੁੱਛਿਆ 2021 ਦਾ ਤਾਂ 16 ਸਤੰਬਰ, ਜੇ 2023 ਦਾ ਪੁੱਛ ਲਿਆ ਤਾਂ 23 ਸਤੰਬਰ। ਠੀਕ ਹੈ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਆਪਣੇ ਕੋਲ, ਜਿੱਥੇ ਵੀ ਕਿਤੇ ਕੋਈ ਚੀਜ਼ ਪਹਿਲੀ ਬਣ ਜੇ ਤਾਂ ਉਹ ਪ੍ਰਸ਼ਨ ਇੰਪੋਰਟੈਂਟ ਹੋ ਜਾਂਦਾ ਗਾ, ਕਿਉਂਕਿ ਬੈਂਕ ਵਾਲੇ ਪ੍ਰਸ਼ਨ ਹੈਗੇ ਆਪਾਂ ਫੋਰੈਸਟ ਗਾਰਡ ਦੇ ਵਿੱਚ ਵੀ ਦੇਖੇ ਆ। ਵਿਚ ਆਫ ਦਾ ਫੋਲੋਇੰਗ ਹੈਜ਼ ਬੀਨ ਦਾ ਫਸਟ ਬੈਂਕ ਟੂ ਰਿਸੀਵ ਰੈਗੂਲੇਟਰੀ ਇਜ ਅਪਰੂਵਲ ਫੋਲੋਇੰਗ ਦਾ RBI ਡਿਸੀਜਨ ਟੂ ਅਲਾਓ ਇੰਡੀਅਨ ਬੈਂਕ ਟੂ ਸੈਟਲ ਟਰੇਡ ਇਨ ਇੰਡੀਅਨ ਕਰੰਸੀ। ਭਾਰਤੀ ਬੈਂਕਾਂ ਨੂੰ ਭਾਰਤੀ ਮੁਦਰਾ ਦੇ ਵਿੱਚ ਵਪਾਰ ਕਰਨ ਦੀ, ਜਿਹੜੀ ਭਾਰਤੀਆਂ ਬੈਂਕ ਹੈ ਇਹ ਭਾਰਤ ਦੀ ਹੀ ਮੁਦਰਾ ਦੇ ਵਿੱਚ ਵਪਾਰ ਕਰ ਸਕਦੀਆਂ। ਇਹ ਪ੍ਰਸ਼ਨ ਇਕੋਨੋਮਿਕਸ ਦਾ ਵੀ ਲਾ ਸਕਦੇ ਹੋ ਤੁਸੀਂ, ਅਤੇ ਇਹ ਆਪਣੇ ਸਾਇੰਸ ਐਂਡ ਉਹ ਦੂਸਰੇ 'ਚ ਆ ਜਾਂਦਾ ਆਪਣੇ ਇਹ ਜਿਹੜੀਆਂ ਵੱਡੀਆਂ ਕੰਪਨੀਆਂ ਹੁੰਦੀਆਂ ਇਕਨੋਮਿਕਸ ਦੇ ਵਿੱਚ ਹੀ ਆ ਜਾਂਦਾ ਜ਼ਿਆਦਾਤਰ ਇਹ। ਠੀਕ ਹੈ, ਦੀ ਇਜਾਜ਼ਤ ਦੇਣ ਲਈ RBI ਦੇ ਫੈਸਲੇ ਤੋਂ ਬਾਅਦ ਹੇਠ ਲਿਖੇ ਵਿੱਚ ਕਿਹੜਾ ਪਹਿਲਾ ਬੈਂਕ ਬਣ ਗਿਆ ਹੈ ਜਿਸ ਨੂੰ ਰੈਗੂਲੇਟਰੀ ਮਨਜ਼ੂਰੀ ਦਿੱਤੀ ਕਿ ਇਹ ਜਿਹੜੀ ਬੈਂਕ ਹੈ ਰਾਜੇ ਇਹ ਭਾਰਤੀ ਮੁਦਰਾ ਦੇ ਅਨੁਸਾਰ ਦੇ ਵਿਦੇਸ਼ੀ ਵਪਾਰ ਵੀ ਕਰ ਸਕਦੀ ਹੈ। ਠੀਕ ਹੈ, ਇਹ ਹੋਰ ਕਿਸੇ ਬੈਂਕ ਨੂੰ ਮਨਜ਼ੂਰੀ ਨਹੀਂ ਮਿਲੀ, ਇਕੱਲੀ ਇਸੇ ਬੈਂਕ ਨੂੰ ਮਨਜ਼ੂਰੀ ਮਿਲੀ ਹੈਗੀ। ਇਹ ਕਹਿੰਦੇ ਬੈਂਕ ਦਾ ਨਾਂ ਦੱਸੋ, ਅਤੇ ਇਹ ਬੈਂਕ ਦਾ ਨਾਂ ਹੈਗਾ ਰਾਜੇ UCO ਬੈਂਕ। ਠੀਕ ਹੈ, UCO ਬੈਂਕ ਇਹ ਬੈਂਕ ਦਾ ਨਾਮ ਹੈਗਾ। ਠੀਕ ਹੈ, ਅਤੇ RBI ਰਾਜੇ ਸਾਰੀਆਂ ਚੀਜ਼ਾਂ ਦੀ ਜਿਹੜੀ ਹੈੱਡ ਹੁੰਦੀ ਹੈ ਉਹ RBI ਹੁੰਦੀ ਹੈ। RBI ਦੀ ਫੁੱਲ ਫਾਰਮ ਹੈਗੀ ਰਿਜ਼ਰਵ ਬੈਂਕ ਆਫ ਇੰਡੀਆ। ਸ਼ਕਤੀਕਾਂਤ ਦਾਸ ਇਹਦੇ ਗਵਰਨਰ ਆ, ਅਤੇ 1 ਅਪ੍ਰੈਲ 1935 ਨੂੰ ਇਹ ਬਣੀ ਸੀ। ਠੀਕ ਹੈ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਆਪਣੇ ਕੋਲੇ, ਕਹਿੰਦੇ ਵਿਚ ਕੰਪਨੀ ਹੈਜ਼ ਪਾਰਟਨਰ ਵਿਦ NPCL ਇੰਟਰਨੈਸ਼ਨਲ ਪੇਮੈਂਟ ਲਿਮਟਿਡ। ਤੁਸੀਂ ਕਈ ਵਾਰੀ ਤੁਸੀਂ Paytm 'ਤੇ ਪੇਮੈਂਟ ਕਰਦੇ ਹੋ ਗੂਗਲ ਪੇ, ਤੁਹਾਨੂੰ ਥੱਲੇ ਨਾ NPCL ਮਿਲਿਆ ਨਹੀਂ ਹੁੰਦਾ ਕਈ ਵਾਰੀ। ਠੀਕ ਹੈ ਰਾਜੇ, ਇਹ ਕਹਿੰਦੇ ਜਿਹੜਾ ਕਿਹੜੀ ਕੰਪਨੀ ਹੈ ਜਿਹਨੇ ਪਾਰਟਨਰਸ਼ਿਪ ਕੀਤੀ ਹੈ NPCL ਇੰਟਰਨੈਸ਼ਨਲ ਪੇਮੈਂਟ ਲਿਮਟਿਡ ਨਾਲ ਟੂ ਅਨੇਬਲ ਕ੍ਰਾਸ ਬਾਰਡਰ ਟ੍ਰਾਂਜੈਕਸ਼ਨ ਬਾਏ UPI। ਤੁਸੀਂ ਦੇਖੇ ਹੋਗੇ ਰਾਜੇ UPI ਹੁਣ ਕਈ ਵਾਰ ਤੁਹਾਨੂੰ ਪ੍ਰਸ਼ਨ ਕੰਪਿਊਟਰ ਦੇ ਵਿੱਚ ਵੀ ਬਣ ਸਕਦਾ। ਆਪਾਂ ਕਹਿੰਦੇ ਨੇ ਕਿ UPI ਪੇਮੈਂਟ ਕਰ ਦਈਏ ਆਪਾਂ, ਅੱਜ ਕੱਲ੍ਹ ਸਾਰੇ ਕੋਲ Paytm ਗੂਗਲ ਪੇ ਚੱਲਦਾ, ਉਹ 'ਚ UPI ਪੇਮੈਂਟ ਕਰਦੇ ਆ। UPI ਦੀ ਫੁੱਲ ਫਾਰਮ ਰਾਜੀ ਆ ਹੈਗੀ ਯੂਨੀਫਾਈਡ ਪੇਮੈਂਟ ਇੰਟਰਫੇਸ। ਠੀਕ ਹੈ, ਕੰਪਿਊਟਰ ਦਾ ਪ੍ਰਸ਼ਨ ਬਣ ਜਾਂਦਾ ਇਹ ਇੱਕ ਤਰ੍ਹਾਂ ਨਾਲ, ਅਤੇ ਕਰੰਟ ਅਫੇਅਰ ਦਾ ਤਾਂ ਹੈਗੀ ਹੈਗਾ। ਓਕੇ, ਕਿਹੜੀ ਕੰਪਨੀ ਨੇ ਕੀਤਾ, ਦੇਖੋ ਕ੍ਰਾਸ ਬਾਰਡਰ ਦਾ ਮਤਲਬ ਜਿਵੇਂ ਕਿ ਮੇਰਾ ਯਾਰ ਦੋਸਤ ਕੋਈ ਪਾਕਿਸਤਾਨ ਦੇ ਵਿੱਚ ਬੈਠਾ, ਮੈਂ ਉਹਨੂੰ ਪੈਸੇ ਭੇਜਣੇ ਆ।
ठीक है, सरहद के पार जो चाइना के विच बैठा, ਜਾਂ नेपाल के विच बैठा, ਜਾਂ ਬੰਗਲਾਦੇਸ਼ ਦੇ ਵਿੱਚ बैठा, ਜਾਂ ਭੂਟਾਨ ਦੇ ਵਿੱਚ बैठा, ਜਾਂ श्रीलंका ਦੇ ਵਿੱਚ बैठा, किते भी बैठा, ਉਹਨੂੰ पैसे भेजना, तो मैं ਕਿਹੜੀ कंपनी ने राजे NPCL ने टाई अप कर लिया कि आप यूपी राਹੀਂ भाई उत्थे पैसे भेज सकते हैं। ये किने किया राजे, ये किया गा टेरा पे, ठीक है, टेरा पे ने किया। वेरी 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 इंपोर्टेंट ऑपरेशन है राजे ये, ठीक है। इस तो बाद चलते हैं आप 26 ते 27 ऑपरेशन, 26 ते 27 वाले ते। इस तो बाद द गवर्नमेंट इज इन्वेस्टिंग हाउ मच अमाउंट टू इंश्योर्स लास्ट माइल नेटवर्क असैसिबिलिटी 4G एंड 5G एवरी विलेज अक्रॉस द कंट्री। सरकार देश भर के हर पिंड दे विच राजे 4G ते 5G दे आखिरी मील नैटवर्क की पहुँच को यकीनी बनाने कितनी नाम निवेश कर रही है। देखो राजे अपने का नैटवर्क है, बिच बहुत सारे पहाड़ी इलाके है जिथे नैटवर्क नहीं है। मोदी साहब कहते आप उत्थे भी नैटवर्क भेज देना गा, ठीक है। वो वास्ते इन्होंने एक प्रोजैक्ट लॉन्च किया राजे, वो प्रोजैक्ट के तहत ये कहते आप इन्ने रुपये का निवेश करांगे तो इन्ने रुपये के निवेश के विच ठीक है कि आप उत्थे इंटरनेट की सुविधा लोगों को प्रोवाइड करवावांगे, ठीक है राजे। तो ये तीन चार ऑप्शन मूहरे है कि दसो इन्होंने किन्ने रुपये लाने सारे प्रोजैक्ट के उपर, किन्ने रुपये लग के कहते आप ये सारी गतिविधि पूरी कर लाँगे, ठीक है। तो यदा आंसर है राजे सी नंबर ऑप्शन 30 बिलियन रुपये ला के कहते आप सारे आल इंडिया के जिन्ने भी विलेज है उत्थे आप ये सुविधा पहुँचती कर देंगे, ठीक है। देखो ऑपरेशन देखने राजे पढ़ने नाल बहुत ज़्यादा फर्क पै जाता कि तुसीं आप पढ़ना कित्थे तुहानूं समझाउणा, ठीक है। इस तो बाद विद विच ऑफ द फॉलोइंग हैज़ द रॉयल सोसाइटी ऑफ कैमिस्ट्री RSC पार्टनर टू सपोर्ट एन आउटरीच प्रोग्राम डिजाइन टू प्रमोट द कैमिकल साइंस इन स्कूल एंड यूनीवर्सिटी, ठीक है। की कह रहे हैं, कहने रॉयल सोसाइटी ऑफ कैमिस्ट्री RSC, ठीक है, स्कूलों यूनीवर्सिटियों में रसायनिक विज्ञान को उत्साहित करने वास्ते एक आउटरीच प्रोग्राम का समर्थन करने हेठ लिखिया विचों किस नाल भाईवाली की है। ये कहते स्कूलों के राजे स्कूलों के असीं उन्हां दे विच साइंस के सबजैक्टां नूं लैके असीं एक प्रोग्राम शुरू करांगे, ठीक है राजे। तो जिहड़े ये RSC सोसाइटी ने काम चलाया है, इन्हें पार्टनरशिप किहदे नाल कीती इन्हां दे विचों, तो ये पार्टनरशिप की इन्होंने राजे CSIR नाल। CSIR की फुल फार्म हैगी है कि काउंसल ऑफ इंडस्ट्री, मैं लिख देना इत्थे काउंसल ऑफ इंडस्ट्री एंड साइंटिफिक रिसर्च, ओके। इस तो बाद फिर चलते हैं राजे अगे, आप अगे अगले ऑपरेशन के विच देखो कुछ नहीं पढ़ना, सिर्फ इन्ना पढ़ लो कंपेन चलाई है। किहड़ी कंपेन चलाई है? हमर बेटी हमर मान, हमर बेटी हमर अमान। ये किने चलाई है राजे? ये चलाई है छत्तीसगढ़ ने, ये चलाई है छत्तीसगढ़ ने, ठीक है। इन्नी याद करना गा। द इंडियन आर्मी एंड द डिफेंस जियोफॉर्मेटिक्स एंड रिसर्च एस्टैब्लिशमेंट हैव जॉइन इंस्टॉल द एवेलांच मॉन्ट्रियल रडार ऑफ विच फॉलोइंग स्टेट। देखो राजे आ सारी एक संस्था हैगी, ठीक है, जिन्होंने आप DGRE कह देंगे हैं, ठीक है। भारतीय फौज और डिफेंस जियो इनफोर्समेंट एंड रिसर्च ने सांझे तौर पर हेठ लिखा जो किस राज के एवालांच मॉन्ट्रियल रडार को स्थापित। रडार का मतलब कि राजे रडार का मतलब होंदा गा कि कोई भी चीज़ जो आपको कोई खतरा आता तो आपको पहले तो पता लग जूगा कि कोई खतरा अपने वाल आ रहा, पहले अपन वो चीज़ का ज्ञान हो जूगा, ठीक है राजे। तो ये इन्होंने कित्थे लाई है चीज़? ये लाई इन्होंने सिक्किम दे विच, ठीक है, सिक्किम दे विच इंस्टॉल करती कि जो कोई हमला होंदा तो इत्थों इन्होंने पता लग जा करूगा। इस तो बाद अगला ऑपरेशन आ गया अपने को बहुत ज़्यादा, पर जिथे भी 100% वाला ऑपरेशन आ जाए बहुत ज़्यादा इंपोर्टेंट हो जाता गा। कहते हेठ लिखा विचों किस जिले ने बैंकिंग कारजां का 100% डिजिटलीकरण करता कि 100% जिमें आप पैसे कढ़ाने वो भी आप चैक से कढ़ाने हैं, ठीक है, ਜਾਂ कोई जमा कराने वो भी आप मतलब चैक से कढ़वाने हैं, आप जमा करते वो भी कागज़ पर। ये कहते मतलब सारा कुछ डिजिटल करता। तुसीं जे बैंक जमा कराने जाओगे पैसे तो कोई भी चीज़ पैन कापी की लोड़ नहीं पैनी, उत्थे पैन की लोड़ पवेगी, पैन नाल असीं साइन करना, सारा कुछ तुहाडा डिजिटल तरीके नाल ही होगा, ठीक है। 100% बन गया। ये किहड़ी बन गई राजे? ये बन गई अपनी लेह डिस्ट्रिक्ट बन गई। सारा कुछ बैंक जिन्ना भी है सारा कुछ डिजिटल हैगा, ठीक है। इस तो बाद राजे तुसीं एम्स का नाम तो सुनी होगा, ठीक है, बहुत ज़्यादा इंपोर्टेंट ऑपरेशन है। एम्स की फुल फार्म आप कहते फलाना बना एम्स के गया है। एम्स की फुल फार्म ये हैगी आल इंडिया इंस्टीट्यूट ऑफ मैडिकल साइंस। ये नवे डायरैक्टर किनू अपॉइंट करता? बहुत ज़्यादा इंपोर्टेंट सवाल है राजे, ये करता डॉक्टर M श्रीनिवास नूं, ठीक है। इस तो बाद प्रेजिडेंट आ बहुत ज़्यादा इंपोर्टेंट ऑपरेशन, सारे इंपोर्टेंट ही करवाई जाना मैं। देखो वैसे तो तुहानूं दस्सां वीडियो कितने मर्जी खोलो यूट्यूब पर, 1 घंटे की वीडियो 1 घंटे ने 40 मिनट तो घट तुहानूं 1 दिन की वीडियो भी नहीं मिलनी किसी ने। मैं तुहानूं हफ्ते की वीडियो
30-40 ਮਿੰਟਾਂ ਦੇ ਵਿੱਚ ਪ੍ਰੋਵਾਈਡ ਕਰਵਾ ਰਿਹਾ, ਉਹ ਵੀ ਇੰਪੋਰਟੈਂਟ ਕੱਢ ਕੇ, ਠੀਕ ਹੈ। ਤਾਂ ਕਰਕੇ ਸਾਰੇ ਬੱਚੇ ਲੈਕਚਰ ਲਾਇਆ ਕਰੋ ਯਾਰ, ਐਂ ਨਾ ਕਰਿਆ ਕਰੋ, ਠੀਕ ਹੈ। ਤਾਂ ਜਿਹੜੀ ਕੋਈ ਚੀਜ਼ ਮਿਲਦੀ ਉਹਦਾ ਵੱਧ ਤੋਂ ਵੱਧ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਿਆ ਕਰੋ, ਠੀਕ ਹੈ। ਜੋਬ ਮਿਲ ਗਈ, ਬਹੁਤ ਤਨਖਾਹ ਅੱਜ ਕੱਲ੍ਹ ਜੋਬ ਦੇ ਵਿੱਚ 60-60 70-70 ਹਜ਼ਾਰ। ਇੱਕ ਵਾਰੀ ਥੋੜ੍ਹੀ ਗਰੀਬੀ ਚੱਕਦੀ ਨਾ, ਮੁੜ ਕੇ 70-70 ਹਜ਼ਾਰ ਮਹੀਨੇ ਦਾ ਆਇਆ ਕਰੂਗਾ, ਮੁੜ ਕੇ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਕਰਨਾ ਕੀ ਖਰਚਾ ਕਰਨਾ ਤਾਂ ਕਰਨਾ ਕਿੱਥੇ ਹੈ, ਠੀਕ ਹੈ। ਪ੍ਰੈਜ਼ੀਡੈਂਟ ਆਫ ਹਾਕੀ ਇੰਡੀਆ ਕਿਹਨੂੰ ਬਣਾਤਾ? ਪ੍ਰੈਜ਼ੀਡੈਂਟ ਹਾਕੀ ਇੰਡੀਆ ਦਾ ਵੈਰੀ ਵੈਰੀ ਇੰਪੋਰਟੈਂਟ ਪੋਜੀਸ਼ਨ ਹੈਗਾ। ਦੱਸੋ ਕਿਹਨੂੰ ਲਾਇਆ ਜੀ? ਇਹ ਲਾਇਆ ਆਪਣੇ ਦਿਲੀਪ ਟਿਕਰੇ, ਦਿਲੀਪ ਤਿਰਕੇ, ਇਹਨੂੰ ਲਾਤਾ। ਬਹੁਤ ਜ਼ਿਆਦਾ ਇੰਪੋਰਟੈਂਟ ਪੋਜੀਸ਼ਨ ਆ ਰਾਜੇ। ਇਹ ਕੌਣ ਆ ਤੁਹਾਨੂੰ ਪਤਾ ਗਾ? ਇਹ ਆਪਣੀ ਪਹਿਲਾਂ ਹਾਕੀ ਕੈਪਟਨ ਹੁੰਦੇ ਸੀ, ਹਾਕੀ ਦੀ ਟੀਮ ਦੇ ਕੈਪਟਨ ਹੁੰਦੇ ਸੀ, ਠੀਕ ਹੈ ਰਾਜੇ। ਇਹ 1998 ਦੇ ਵਿੱਚ, ਠੀਕ ਹੈ, ਏਸ਼ੀਅਨ ਗੇਮਸ ਦੇ ਵਿੱਚ ਇਹ ਗੋਲਡ ਮੈਡਲ ਵੀ ਜਿੱਤ ਕੇ ਆਏ ਆ, ਠੀਕ ਹੈ। 1998 ਦੇ ਵਿੱਚ ਗੋਲਡ ਮੈਡਲ ਵੀ ਜਿੱਤ ਗਿਆ। ਕਈ ਵਾਰੀ ਪੋਜੀਸ਼ਨ ਇੱਥੋਂ ਹੀ ਬਣ ਜਾਂਦਾ ਹੁੰਦਾ ਕਿ ਦਿਲੀਪ ਟਿਕਰੇ ਦਾ ਸੰਬੰਧ ਕਿਹੜੀ ਖੇਡ ਨਾਲ ਹੈਗਾ। ਤਾਂ ਕਰਕੇ ਹਰੇਕ ਚੀਜ਼ ਨੂੰ ਨਾ ਦੋ ਨਜ਼ਰਾਂ ਨਾਲ ਦੇਖਿਆ ਕਰੋ। ਇਸ ਤੋਂ ਬਾਅਦ ICMR, ਇਹ ਤੁਸੀਂ ਬਹੁਤ ਵਾਰੀ ਸੁਣਿਆ ਹੋਣਾ। ਇਹ ਪੋਜੀਸ਼ਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜਿਹੜੇ ਪੋਜੀਸ਼ਨ ਆਉਣਾ ਸਾਰੀ ਇੰਪੋਰਟੈਂਟ ਹੈ। ਇਹ ਫੁੱਲ ਫਾਰਮ ਹੈਗੀ ਕਿ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦਾ ਡਾਇਰੈਕਟਰ ਜਨਰਲ ਕਿਹਨੂੰ ਲਾਤਾ? DG। ਕਈ ਵਾਰ ਤੁਹਾਨੂੰ DG ਵੀ ਲਿਖਿਆ ਹੋਊਗਾ ਇਕੱਲਾ। DG ਕਿਹਨੂੰ ਲਾਤਾ? ਤਾਂ DG ਲਾਤਾ ਰਾਜੇ ਸਾਨੂੰ ਡਾਕਟਰ ਜੀ ਸਤੀਸ਼ ਰੈਡੀ। ਇਹ ਜੀ ਸਤੀਸ਼ ਰੈਡੀ ਪਤਾ ਤੁਹਾਨੂੰ ਕੌਣ ਹੈਗੇ? ਇਹ ਉਹੀ ਹੈ ਰਾਜੇ ਜਿਹੜੇ ਪਹਿਲਾਂ DRDO ਦੇ ਪ੍ਰੈਜ਼ੀਡੈਂਟ ਹੁੰਦੇ ਸੀ। ਹੁਣ ਉਹਨੇ ਸਾਡੇ ਬੀ ਕਾਮਤ ਨੂੰ ਲਾਤਾ, ਹੁਣ ਆਹ DRDO ਦੇ, ਠੀਕ ਹੈ। ਤਾਂ ਆਹ ਹੁਣ ਇਹਨਾਂ ਦੇ ICMR ਦੇ ਲਾਤਾ ਇਹਨਾਂ ਨੂੰ, ਠੀਕ ਹੈ। ਨਹੀਂ ਸੌਰੀ ਗਲਤ ਹੈ। ਡੀ ਨੰਬਰ ਆਪਸ਼ਨ ਸਮਝ ਗਿਆ ਸੀ ਮੈਂ, ਡੀ ਮੂਹਰੇ ਲਿਖਿਆ ਤਾਂ ਸੀਗਾ। ਡਾਕਟਰ ਰਾਜੀਵ ਬਾਹਲ, ਠੀਕ ਹੈ, ਡਾਕਟਰ ਰਾਜੀਵ ਬਾਹਲ। ਆਹ ਆਪਣੇ ISRO ਦੇ ਆ, ਉਹਦੇ ISRO ਦੇ ਨਹੀਂ, DRDO ਦੇ ਆ। DRDO ਕਦੋਂ ਬਣੀ ਸੀ? 1958, ਨਿਊ ਦਿੱਲੀ ਦੇ ਵਿੱਚ ਹੈੱਡਕੁਆਟਰ DRDO ਦਾ। ਆਹ ਬਹੁਤ ਜ਼ਿਆਦਾ ਇੰਪੋਰਟੈਂਟ ਪੋਜੀਸ਼ਨ ਆ, ਬਹੁਤ ਜ਼ਿਆਦਾ। ਕਹਿੰਦੇ ਇੰਟਰਨੈਸ਼ਨਲ ਡਾਕਟਰ ਡੇ ਕਿਸ ਨੇ ਮਨਾਇਆ ਜਾਂਦਾ ਹੈਗਾ, ਠੀਕ ਹੈ। ਇੰਟਰਨੈਸ਼ਨਲ ਡਾਕਟਰ ਡੇ ਕਿਸ ਨੇ ਮਨਾਇਆ ਜਾਂਦਾ? ਦੱਸੋ ਰਾਜੇ। ਇਹ ਮਨਾਇਆ ਜਾਂਦਾ 4th ਸੰਡੇ ਆਫ ਸਤੰਬਰ ਦਾ ਜਿਹੜਾ ਵੀ ਚੌਥਾ ਸ਼ਨੀਵਾਰ ਹੋਊਗਾ ਉਹਨੂੰ ਮਨਾਇਆ ਜਾਂਦਾ ਹੈਗਾ, ਠੀਕ ਹੈ। ਵੈਸੇ ਜੇ ਤੁਹਾਨੂੰ ਮੈਂ ਡੇਟ ਦੱਸਣੀ ਚਾਹੁੰਦਾ ਕਿ 25 ਸਤੰਬਰ ਤਰੀਕ ਬਣਦੀ ਹੈ, 25 ਸਤੰਬਰ, ਠੀਕ ਹੈ। ਇਸ ਤੋਂ ਬਾਅਦ ਆਪਰੇਸ਼ਨ ਇੰਪੋਰਟੈਂਟ ਹੈਗਾ ਫਾਰਮਾਸਿਸਟ ਡੇ ਕਿਸ ਨੇ ਮਨਾਇਆ ਜਾਂਦਾ? ਡੇ ਹੁੰਦੇ, ਡੇ ਤਾਂ ਤੁਸੀਂ ਸਿੱਧੇ ਯਾਦ ਕਰ ਲਿਆ ਕਰੋ, 25 ਸਤੰਬਰ ਨੂੰ, ਫਾਰਮਾਸਿਸਟ 25 ਨੂੰ। ਆਹ ਆਪਰੇਸ਼ਨ ਇੰਪੋਰਟੈਂਟ ਹੈ। ਇਹ ਕੀ ਕਹਿਣਾ ਚਾਹੁੰਦੇ ਆ? ਕਹਿੰਦੇ ਸਰਕਾਰ ਨੇ ਪ੍ਰਮੁੱਖ ਪ੍ਰੋਗਰਾਮ ਜਿਹੜਾ ਚਲਾਇਆ ਮੇਕ ਇਨ ਇੰਡੀਆ ਨੂੰ 25 ਸਤੰਬਰ 2022 ਨੂੰ 10 ਸਾਲ ਪੂਰੇ ਹੋ ਗਏ। ਕਿੰਨੇ ਸਾਲ ਪੂਰੇ ਹੋ ਗਏ ਰਾਜੇ? 25 ਸਤੰਬਰ 2022 ਨੂੰ ਮੇਕ ਇਨ ਇੰਡੀਆ ਪ੍ਰੋਜੈਕਟ ਜਿਹੜਾ ਲੈ ਕੇ ਚੱਲੇ ਸੀ ਇਹ। ਦੱਸੋ ਰਾਜੇ। ਇਹਨੂੰ ਹੋ ਗਏ ਭਾਈ ਸਾਹਿਬ 8 ਸਾਲ, 8 ਸਾਲ ਹੋ ਗਏ, ਠੀਕ ਹੈ। ਚਲੋ ਚੱਲਦੇ ਹਾਂ ਅਗਲੇ 'ਤੇ। ਬੁੱਕ ਆ ਗਈ, ਬੁੱਕ ਵੀ ਬਹੁਤ ਇੰਪੋਰਟੈਂਟ ਹੈ। ਪੰਡਿਤ ਦੀਨ ਦਿਆਲ ਉਪਾਧਿਆय ਜੀਵਨ ਦਰਸ਼ਨ ਔਰ ਸੰਸਕ੍ਰਿਤਾ, ਠੀਕ ਹੈ, ਸੰਹਿਤਾ। ਤਾਂ ਇਹ ਕਿਤਾਬ ਰਾਜੇ ਕਿਹਨੇ ਲਿਖੀ? ਪੰਡਿਤ ਦੀਨ ਦਿਆਲ, ਯਾਦ ਕਰ ਲਓ। ਇਹ ਬੁੱਕ ਕਿਹਨੇ ਰਿਲੀਜ਼ ਕੀਤੀ? ਰਿਲੀਜ਼ ਪੁੱਛ ਰਹੇ ਨੇ ਇਹ, ਠੀਕ ਹੈ। ਰਿਲੀਜ਼ ਕਿਹਨੇ ਕੀਤੀ ਹੈ? ਇਹ ਕੀਤੀ ਆਪਣੇ ਵਾਈਸ ਪ੍ਰੈਜ਼ੀਡੈਂਟ ਨੇ। ਵਾਈਸ ਪ੍ਰੈਜ਼ੀਡੈਂਟ ਆ ਪਿਆ E ਨੰਬਰ ਆਪਸ਼ਨ ਧਨਕਰ ਨੇ ਲਾਂਚ ਕੀਤੀ ਹੈ, ਠੀਕ ਹੈ ਰਾਜੇ। ਬਹੁਤ ਜ਼ਿਆਦਾ ਇੰਪੋਰਟੈਂਟ ਪੋਜੀਸ਼ਨ ਹੈ ਰਾਜੇ ਇਹ, ਠੀਕ ਹੈ। ਸਾਰੇ ਬੱਚਿਆਂ ਨੇ ਧਿਆਨ ਨਾਲ ਕਰ ਲੈਣਾ, ਕੁਛ ਵੀ ਛੱਡਣ ਦੀ ਕੋਸ਼ਿਸ਼ ਨਹੀਂ ਕਰਨੀ। ਇਹ ਪ੍ਰੋਗਰਾਮ ਨਿਊ ਦਿੱਲੀ ਦੇ ਵਿੱਚ ਹੋਇਆ ਸੀ, ਉਦੋਂ ਕੀਤੀ ਹੈ, ਠੀਕ ਹੈ। ਇਸ ਤੋਂ ਬਾਅਦ ਅਗਲਾ ਆਪਣੇ ਕੋਲ ਪੁੱਛ ਰਹੇ ਨੇ, ਕਹਿੰਦੇ ਬ੍ਰੇਕ ਥਰੂ ਪ੍ਰਾਈਜ਼ 2023 ਮੈਥਮੈਟਿਕਸ ਦੇ ਵਿੱਚ ਦਿੱਤਾ ਜਾਂਦਾ। ਇੱਕ ਐਬਲ ਪੁਰਸਕਾਰ ਹੁੰਦਾ, ਉਹ ਵੀ ਮੈਥਮੈਟਿਕਸ ਦੇ ਵਿੱਚ ਦਿੱਤਾ ਜਾਂਦਾ ਗਾ। ਇੱਕ ਬ੍ਰੇਕ ਥਰੂ ਪ੍ਰਾਈਜ਼ ਪੁੱਛਿਆ ਜਾਂਦਾ। ਬ੍ਰੇਕ ਥਰੂ ਪ੍ਰਾਈਜ਼ ਦਾ ਸੰਬੰਧ ਕਿਹਦੇ ਨਾਲ? ਮੈਥ ਨਾਲ। ਅਤੇ ਇਹ ਜਿੱਤਿਆ ਕਿਹਨੇ ਇਸ ਵਾਰ? ਤਾਂ ਇਹ ਜਿੱਤਿਆ ਰਾਜੇ ਡੈਨੀਅਲ ਸਪਾਈਲਮੈਨ ਨੇ, ਠੀਕ ਹੈ। ਬਹੁਤ ਜ਼ਿਆਦਾ ਇੰਪੋਰਟੈਂਟ ਪੋਜੀਸ਼ਨ ਹੈਗਾ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ 'ਤੇ। ਅਗਲੇ ਦੇ ਵਿੱਚ ਕੀ ਪੁੱਛ ਰਹੇ ਨੇ? ਦਾ ਯੂਨਾਈਟਡ ਨੇਸ਼ਨ ਓਬਜ਼ਰਵ ਐਵਰੀ ਈਅਰ ਐਜ਼ ਦਾ ਇੰਟਰਨੈਸ਼ਨਲ ਡੇ ਆਫ ਟੋਟਲ ਐਲੀਮੀਨੇਸ਼ਨ ਆਫ ਨਿਊਕਲੀਅਰ ਵੀਪਨ। ਸੰਯੁਕਤ ਰਾਸ਼ਟਰ ਹਰ ਸਾਲ ਦੇਸ਼ ਨੂੰ ਪਰਮਾਣੂ ਹਥਿਆਰਾਂ ਦੇ ਮੁਕੰਮਲ ਖਾਤਲੇ ਲਈ, ਦੇਖੋ ਇਹ ਕਹਿੰਦੇ ਜਿਹੜੇ ਪਰਮਾਣੂ ਹਥਿਆਰ ਇਹਨੂੰ ਆਪਾਂ ਚੰਗੀ ਤਰ੍ਹਾਂ ਖਤਮ ਕਰ ਦੇਣਾ, ਕਿ ਪਰਮਾਣੂ ਹਥਿਆਰ ਆਪਾਂ ਵਰਤਣੇ ਨਹੀਂ ਹੈਗੇ। ਤੁਸੀਂ ਸੁਣਿਆ ਹੋਊਗਾ ਰਾਜੇ ਵਰਲਡ ਵਾਰ ਦੇ ਵਿੱਚ ਜਿਹੜੇ ਪਰਮਾਣੂ ਹਥਿਆਰ ਵਰਤੇ ਗਏ ਸੀ ਉਹਨਾਂ ਦਾ ਸਾਈਡ ਇਫੈਕਟ ਹਜੇ ਤੱਕ ਵੀ ਉੱਥੋਂ ਦੇ ਲੋਕਾਂ ਦੇ ਦਿਸ ਰਿਹਾ ਹੈਗਾ। ਇਹ ਕਹਿੰਦੇ ਆਪਾਂ ਹੌਲੀ ਹੌਲੀ ਇਹ ਟੀਚਾ ਲੈ ਕੇ ਚੱਲਣਾ ਗਾ, ਠੀਕ ਹੈ ਜੀ। 14 ਸਤੰਬਰ 14 ਨੂੰ ਇਹ ਮਨਾਉਂਦੇ ਹੈਗੇ, ਮਤਲਬ 14ਵਾਂ ਆਪਰੇਸ਼ਨ ਆਪਣਾ। ਇਹਦੇ ਵਿੱਚ E ਨੰਬਰ ਆਪਸ਼ਨ 26 ਸਤੰਬਰ ਨੂੰ ਇਹ ਦਿਨ ਮਨਾਇਆ ਜਾਂਦਾ ਹੈਗਾ ਕਿ ਆਪਾਂ ਨਿਊਕਲੀਅਰ ਨੂੰ ਛੇਤੀ ਖਤਮ ਕਰਨਾ ਗਾ, ਠੀਕ ਹੈ। ਤਾਂ ਇਹ ਚੀਜ਼ ਯਾਦ ਰੱਖਣੀ ਹੈ। ਇਸ ਤੋਂ ਬਾਅਦ ਅਗਲਾ ਆਪਰੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ, ਠੀਕ ਹੈ। ਕੀ ਕਹਿ ਰਹੇ ਨੇ? ਕਹਿੰਦੇ ਵਾਤਾਵਰਨ, ਜੰਗਲਾਤ, ਜਲਵਾਯੂ ਪਰਿਵਰਤਨ ਮਤਲਬ ਹਵਾ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਵਾਸਤੇ, ਕਿਉਂਕਿ ਆਪਾਂ ਨੂੰ ਪਤਾ ਹੋਣਾ ਤੁਹਾਨੂੰ ਰਾਜੇ ਦਿਨੋਂ ਦਿਨ ਪ੍ਰਦੂਸ਼ਣ ਵੱਧਦਾ ਜਾ ਰਿਹਾ, ਕਿ ਆਪਾਂ ਹਵਾ ਨੂੰ ਸ਼ੁੱਧ ਕਰਨਾ, ਸਾਫ਼ ਕਰਨਾ। ਉਹਨਾਂ ਸ਼ਹਿਰਾਂ ਨੂੰ ਉਹਨਾਂ ਦੇ ਕਾਰਵਾਈਆਂ ਦੇ ਆਧਾਰ 'ਤੇ ਦਰਜਾ ਲੈਣ ਲਈ ਸਵੱਛ ਵਾਯੂ ਸਰਵੇਖਣ ਪ੍ਰੋਗਰਾਮ ਸ਼ੁਰੂ ਕੀਤਾ ਗਾ, ਠੀਕ ਹੈ। ਸਰਵੇਸ਼ ਇਸ ਦੇਸ਼ ਵਿੱਚ ਕਿੰਨੇ ਸ਼ਹਿਰਾਂ ਦੀ ਦਰਜਾਬੰਦੀ ਕਰੇਗਾ? ਇਹ ਦੇਸ਼ ਦੇ ਕਿੰਨੇ ਸ਼ਹਿਰਾਂ ਦੀ, ਠੀਕ ਹੈ ਰਾਜੇ। ਬਹੁਤ ਵਧੀਆ ਹੈਗਾ ਕਿ ਕਿਹੜੇ ਦੇਸ਼ ਦੀ ਕਿਹੜੀ ਮਤਲਬ
ਸ਼ਹਿਰ ਦੀ ਹਵਾ ਦੇਸ਼ ਦੇ ਵਿੱਚ ਸਭ ਤੋਂ ਵਧੀਆ ਬੈਸਟ ਹੈਗੀ। ਠੀਕ ਹੈ, ਤਾਂ ਇਹ ਰਾਜੇ ਕਿੰਨੇ ਦੇਸ਼ਾਂ ਦੀ ਕਿੰਨੀਆਂ ਸਟੇਟਾਂ ਦੀ ਕਰੂਗਾ? 131 ਸਿਟੀ ਕੰਟਰੀ ਕਰੂਗਾ। ਠੀਕ ਹੈ, ਹਾਊ ਰੈਂਕ ਮੈਨੀ ਸਿਟੀਜ਼ ਇਨ ਦਾ ਕੰਟਰੀ, ਇਹ ਦੇਸ਼ ਦੇ ਕਿੰਨੇ ਸ਼ਹਿਰਾਂ ਦੀ ਦਰਜਾਬੰਦੀ ਕਰੇਗਾ? ਇਹ ਕਰੇਗਾ 131 ਦੀ। ਠੀਕ ਹੈ, 131 ਦੀ ਵੈਰੀ ਵੈਰੀ ਇੰਪੋਰਟੈਂਟ ਪੋਜੀਸ਼ਨ ਹੈਗਾ। ਇਸ ਤੋਂ ਬਾਅਦ ਆ ਗਿਆ ਵਾ 28 ਸਤੰਬਰ 'ਤੇ। ਠੀਕ ਹੈ, 28 ਸਤੰਬਰ ਵਾਲੇ ਦੇ ਵਿੱਚ ਕੀ ਕਹਿ ਰਹੇ ਨੇ? ਕਹਿੰਦੇ ਇੰਡੀਅਨ ਰੇਲਵੇ ਹੈਜ਼ ਅਨਾਊਂਸ ਰੀਅਲ ਟਾਈਮ ਟ੍ਰੇਨ ਇਨਫੋਰਮੇਸ਼ਨ। ਦੇਖੋ ਰਾਜੇ, ਰੀਅਲ ਟਾਈਮ ਟ੍ਰੇਨ ਉਹਦਾ ਮਤਲਬ ਕੀ ਹੋਇਆ? ਰੀਅਲ ਟਾਈਮ ਦਾ ਮਤਲਬ ਇਹ ਹੁੰਦਾ ਰਾਜੇ ਕਿ ਬਿਲਕੁਲ ਸਹੀ ਤੁਹਾਨੂੰ ਐਗਜ਼ੈਕਟ ਚੀਜ਼ ਦਾ ਪਤਾ ਲੱਗੇ, ਐਗਜ਼ੈਕਟ ਕਿ ਕਿੱਥੇ ਰੇਲ ਗੱਡੀ ਪਹੁੰਚ ਗਈ, ਕਿੰਨੇ ਟਾਈਮ ਤੱਕ ਸਾਡੇ ਤੱਕ ਪਹੁੰਚ ਜੂਗੀ। ਕਿਉਂਕਿ ਤੁਹਾਨੂੰ ਪਤਾ ਹੋਣਾ ਕਈ ਵਾਰੀ ਰੇਲ ਗੱਡੀਆਂ 2-2 ਦਿਨ ਵੀ ਲੇਟ ਚੱਲੀ ਜਾਂਦੀਆਂ ਵਿੱਚ। ਠੀਕ ਹੈ, ਇੱਕ ਦਿਨ ਤਾਂ ਹੁਣ ਧੁੰਦਾਂ ਚੱਲ ਪਈਆਂ, ਐਟੋ ਨੋਰਮਲੀ ਇਹ ਚੀਜ਼ਾਂ ਤਾਂ ਹੋਣਗੀਆਂ। ਠੀਕ ਹੈ, ਤਾਂ ਇਹ ਰਾਜੇ ਇਹਨਾਂ ਨੇ ਕਰਿਆ ਹੈਗਾ। ਠੀਕ ਹੈ, ਭਾਰਤੀ ਰੇਲਵੇ ਨੇ ਘੋਸ਼ਣਾ ਕੀਤੀ ਹੈ ਕਿ ਉਹ ਲੋਕੋਮੋਟਿਵ ਅਤੇ ਟ੍ਰੇਨਾਂ ਦੇ ਰੀਅਲ ਟਾਈਮ ਟ੍ਰੇਨ ਇਨਫੋਰਮੇਸ਼ਨ ਸਿਸਟਮ ਸਥਾਪਿਤ ਕਰੇਗਾ। ਤੁਹਾਨੂੰ ਕਈ ਵਾਰੀ ਨਾ ਆਹ ਆਪਰੇਸ਼ਨ ਕੰਪਿਊਟਰ ਦੇ ਵਿੱਚ ਵੀ ਆ ਸਕਦਾ, RTIS ਰੀਅਲ ਟਾਈਮ ਇਨਫੋਰਮੇਸ਼ਨ ਸਿਸਟਮ, ਯਾਦ ਕਰ ਲਿਓ। ਇਹ ਲੇਕਿਨ ਕਿਸ ਹਿਸਾਬ ਨਾਲ ਸਹਿਯੋਗ ਨਾਲ ਵਿਕਸਿਤ ਹੋਵੇਗਾ ਕਿ ਅਸੀਂ ਬਿਲਕੁਲ ਸਹੀ ਇਨਫੋਰਮੇਸ਼ਨ ਦੱਸਾਂਗੇ ਰਾਜੇ। ਤਾਂ ਇਹ ਤੁਹਾਨੂੰ ਪਤਾ ਹੀ ਹੈਗਾ, ਇਹ ਗੱਲ ਕੀਤੀ ਨੇ ਈਸਰੋ ਨਾਲ। ਠੀਕ ਹੈ, ਈਸਰੋ ਦਾ ਹੁਣ ਚੇਅਰਮੈਨ ਕੌਣ ਹੈ? ਇਹ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਮੈਨੂੰ। ਠੀਕ ਹੈ, ਚਲੋ ਚੱਲਦੇ ਆਪਾਂ ਅਗਲੇ 'ਤੇ। ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ? ਕਹਿੰਦੇ ਸਿੰਫੋਨ। ਠੀਕ ਹੈ, ਨਾਰਥ ਈਸਟ ਇੰਡੀਆ ਦੇ ਵਿੱਚ ਸਿੰਫੋਨ ਨਾਂ ਦਾ ਟੂਰਿਜ਼ਮ ਸੈਕਟਰ ਲਾਂਚ ਕੀਤਾ ਗਾ। ਠੀਕ ਹੈ, ਸੈਰ ਸਪਾਟੇ ਨੂੰ ਉਦਘਾਟਨ ਕਰਨ ਵਾਸਤੇ ਇਹ ਚੀਜ਼ ਚਲਾਈ ਹੈ। ਕਿਹੜੀ? ਸਿੰਫੋਨ। ਇਹ ਕਿਹੜੀ ਨਾਰਥ ਈਸਟ ਸਟੇਟ ਦੇ ਵਿੱਚ ਚਲਾਈ? ਨਾਰਥ ਈਸਟ ਸਟੇਟ ਇੰਡੀਆ ਦੇ ਵਿੱਚ ਚਲਾਈ ਗਈ ਹੈ ਸੱਚ। ਅਤੇ ਇਹ ਸਿੰਫੋਨ ਨਾਂ ਦੀ ਹੈ। ਇਹਨੂੰ ਕਹਿੰਦੇ ਇਹਦਾ ਉਹ ਸ਼ੁਰੂ ਕਿਹਨੇ ਕੀਤੀ ਹੈ? ਇਹ ਪ੍ਰਸ਼ਨ ਪੁੱਛ ਰਹੇ ਨੇ। ਤਾਂ ਦੂਜੇ ਦਾ ਆਨਸਰ ਆ ਜਾਊਗਾ ਆਪਣਾ ਜੀ ਕ੍ਰਿਸ਼ਨ ਰੈਡੀ। ਆਹ ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈਗਾ। ਚੰਡੀਗੜ੍ਹ ਏਅਰਪੋਰਟ ਆ ਜਿਹੜਾ, ਉਹਦਾ ਨਾਮ ਕਿਸੇ ਫਰੀਡਮ ਫਾਈਟਰ ਦੇ ਨਾਂ 'ਤੇ ਰੱਖਤਾ। ਉਹਦਾ ਨਾਮ ਹੈਗਾ ਭਗਤ ਸਿੰਘ, ਸ਼ਹੀਦ ਭਗਤ ਸਿੰਘ ਸ਼ੇਰੇ ਪੰਜਾਬ। ਠੀਕ ਹੈ ਜੀ, ਅਤੇ ਇਸ ਤੋਂ ਬਾਅਦ ਅੱਗੇ ਆ ਗਿਆ। ਕਹਿੰਦੇ ਰੇਲਟੇਲ ਦਾ ਚੇਅਰਮੈਨ ਅਤੇ MD ਕਿਹਨੂੰ ਲਾਤਾ? ਠੀਕ ਹੈ, ਇੱਕ ਬੰਦੇ ਨੂੰ ਲਾਇਆ ਗਿਆ। ਰੇਲਟੇਲ ਦਾ ਚੇਅਰਮੈਨ ਵੀ ਲਾਤਾ ਅਤੇ MD ਵੀ ਲਾਤਾ। ਇਹ ਲਾਤਾ ਆਪਣੇ ਸੰਜय ਕੁਮਾਰ ਨੂੰ। ਠੀਕ ਹੈ, ਜਿਹੜਾ ਵਾਰਡ ਰੀਵਰ ਡੇ ਆ, ਰੀਵਰ ਮੈਨੇ ਹੁੰਦੇ ਆਪਣੇ ਦਰਿਆ। ਰੀਵਰ ਡੇ ਕਦੋਂ ਮਨਾਇਆ ਜਾਂਦਾ ਰਾਜੇ? ਦੱਸੋ, ਰੀਵਰ ਡੇ ਕਦੋਂ ਮਨਾਇਆ ਜਾਂਦਾ ਹੈਗਾ? ਰੀਵਰ ਡੇ ਮਨਾਇਆ ਜਾਂਦਾ ਹੈਗਾ 4th ਸੰਡੇ ਆਫ ਸਤੰਬਰ। ਠੀਕ ਹੈ, ਇਸ ਤੋਂ ਬਾਅਦ ਅੱਗੇ ਆਹ ਪ੍ਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਹਿੰਦੇ ਹੂ ਮੰਗ ਦਾ ਫੋਲੋਇੰਗ ਹੈਜ਼ ਕਲੌਕਡ ਦਾ ਲੋਐਸਟ ਟਾਈਮ ਕੰਪਲੀਟ ਏ ਮੈਰਾਥਨ। ਮੈਰਾਥਨ ਕੀ ਹੁੰਦਾ ਰਾਜੇ? ਮੈਰਾਥਨ ਹੁੰਦੀ ਸਭ ਤੋਂ, ਜਿਵੇਂ ਆਪਾਂ ਮੈਰਾਥਨ ਕਲਾਸ ਲੱਗੂਗੀ। ਠੀਕ ਹੈ, ਵੱਡੀ ਰੇਸ ਹੁੰਦੀ ਹੈ ਜਿਹੜੀ ਕਿਲੋਮੀਟਰਾਂ ਦੇ ਵਿੱਚ ਹੁੰਦੀ ਹੈ। ਇਹ ਲਿਖਿਆ ਵਿੱਚੋਂ ਕਿਸ ਨੇ ਬਰਲਿਨ ਮੈਰਾਥਨ ਦੇ ਵਿੱਚ ਵਿਸ਼ਵ ਰਿਕਾਰਡ ਲਈ ਮੈਰਾਥਨ ਪੂਰੀ ਕਰਨ ਲਈ ਸਭ ਤੋਂ ਘੱਟ ਸਮਾਂ ਵਿਸ਼ਵ ਰਿਕਾਰਡ ਬਣਾਤਾ? ਇਹ ਪ੍ਰਸ਼ਨ ਆ ਗਿਆ ਸਪੋਰਟਸ ਦਾ। ਠੀਕ ਹੈ, ਤਾਂ ਇਹਦਾ ਆਨਸਰ ਆ ਜਾਊਗਾ ਆਪਣਾ D ਨੰਬਰ ਆਪਸ਼ਨ, ਅਲੋਡ ਕੀਪੇਓਗੇ। ਠੀਕ ਹੈ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆਪਣੇ ਕੋਲ ਆ ਗਿਆ ਬਾਥੂਕੰਮਾ। ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਆ, ਬਹੁਤ ਜ਼ਿਆਦਾ। ਇਹ ਪੇਪਰ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਵਾਰੀ ਦੁਬਾਰਾ ਰਿਪੀਟ ਹੋ ਚੁੱਕਿਆ ਹੈਗਾ। ਤੇਲੰਗਾਨਾ ਦੇ ਵਿੱਚ ਬਾਥੂਕੰਮਾ ਇਹਨਾਂ ਦਾ ਫੈਸਟੀਵਲ ਹੈਗਾ। ਜਿਵੇਂ ਆਪਣੇ ਵਿਸਾਖੀ ਫੈਸਟੀਵਲ, ਇੱਕ ਨਾ ਕਾਲ ਵਿਸਾਖੀ ਹੁੰਦਾ ਕਾਲ ਵਿਸਾਖੀ ਸੁਣਦਾ ਸੀ। ਇਹ ਪੰਜਾਬ GK ਦਾ ਪ੍ਰਸ਼ਨ ਹੈਗਾ। ਬਹੁਤ ਵਧੀਆ ਕਿ ਕਾਲ ਵਿਸਾਖੀ ਕਿਹਦੇ 'ਚ ਮਨਾਈ ਜਾਂਦੀ ਹੈ? ਤਾਂ ਇਹ ਵੈਸਟ ਬੰਗਾਲ ਦੇ ਵਿੱਚ ਮਨਾਈ ਜਾਂਦੀ ਹੈ। ਬਹੁਤ ਵਧੀਆ ਪੰਜਾਬ 'ਚ ਪਿਆ, ਉਹਦੇ ਆਨਸਰ ਗਲਤ ਕਰਿਆ ਹੁੰਦੇ ਆ। ਠੀਕ ਹੈ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਆਪਣੇ ਕੋਲ। ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ? ਕਹਿੰਦੇ ਵਿਚ ਆਫ ਦਾ ਫੋਲੋਇੰਗ ਹੈਜ਼ ਬੀਨ ਦਾ ਫਸਟ ਇੰਡੀਅਨ ਲਾਈਫ ਇੰਸ਼ੋਰੈਂਸ ਟੂ ਹੈਵ 75% ਫੋਰਨ ਸ਼ੇਅਰ ਹੋਲਡਰ। ਕਹਿੰਦੇ ਇਹਨਾਂ ਵਿੱਚੋਂ ਕਿਹੜੀ ਭਾਰਤ ਦੀ ਇੱਕ ਜੀਵਨ ਬੀਮਾ ਕੰਪਨੀ ਬਣ ਗਈ ਜਿਹਦੇ ਕੋਲ 74% ਵਿਦੇਸ਼ੀ ਹਿੱਸੇਦਾਰ ਹੈ? ਜਿਹਦੇ 74% ਵਿਦੇਸ਼ੀ ਲੋਕ ਇਹਦੇ ਵਿੱਚ ਕੰਮ ਕਰਦੇ ਆ। ਠੀਕ ਹੈ, ਤਾਂ ਕਿਹੜੀ ਕੰਪਨੀ ਹੈ? ਇਹ ਹੈਗੀ ਆਪਣੀ ਐਗਾਸ ਫੈਡਰਲ ਲਾਈਫ ਇੰਸ਼ੋਰੈਂਸ ਕੋਆਪਰੇਸ਼ਨ ਲਿਮਟਿਡ, D ਨੰਬਰ ਆਪਸ਼ਨ। ਠੀਕ ਹੈ, ਆਪਰੇਸ਼ਨ ਬੋਲ ਭਾਰਤ ਵਿੱਚ ਆਪਣੀ ਪਹਿਲੀ ਫਲੈਕਸ ਫਿਊਲ ਕਾਰ ਕਿਸ ਦੇਸ਼ ਤੋਂ ਦਰਾਮਦ ਕਰੇਗਾ? ਠੀਕ ਹੈ, ਕਿਸ ਦੇਸ਼ ਤੋਂ ਦਰਾਮਦ ਕਰੇਗਾ? ਭਾਰਤ ਇੰਪੋਰਟ ਕਰੂਗਾ। ਠੀਕ ਹੈ, ਆਪਣੀ ਪਹਿਲੀ ਫਲੈਕਸ ਫਿਊਲ ਤਾਂ ਇਹ ਕਰੂਗਾ ਰਾਜੇ, ਦੱਸੋ। 4 ਆਪਸ਼ਨ ਤੁਹਾਡੇ ਸਾਹਮਣੇ ਹੈਗਾ, ਬ੍ਰਾਜ਼ੀਲ। ਠੀਕ ਹੈ, ਇਸ ਤੋਂ ਬਾਅਦ ਟੂਰਿਜ਼ਮ ਡੇ ਕਿਸ ਨੇ ਮਨਾਇਆ ਜਾਂਦਾ? ਟੂਰਿਜ਼ਮ ਡੇ ਮਨਾਇਆ ਜਾਂਦਾ ਹੈਗਾ 27 ਸਤੰਬਰ ਨੂੰ। ਠੀਕ ਹੈ, ਟੂਰਿਜ਼ਮ ਡੇ 27 ਸਤੰਬਰ ਨੂੰ ਮਨਾਇਆ ਜਾਂਦਾ ਹੈਗਾ। ਤੁਸੀਂ ਐਂ ਯਾਦ ਰੱਖ ਲਓ, ਆਪਾਂ ਕਿਤੇ ਵੀ ਟੂਰ ਕਰਨ ਜਾਂਦੇ ਆਪਾਂ ਕਹਿੰਦੇ 7 ਦਿਨ ਦਾ ਟੂਰ ਰੱਖ ਲਓ, ਪਿਛਲਾ 7000 ਰੱਖ ਲਓ। ਠੀਕ ਹੈ, ਇਸ ਤੋਂ ਬਾਅਦ ਥੀਮ ਕੀ ਹੈ ਟੂਰਿਜ਼ਮ ਡੇ ਦਾ? ਥੀਮ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਰਾਜੇ। ਥੀਮ ਹੈਗਾ ਇਹਦਾ E ਨੰਬਰ ਆਪਸ਼ਨ। ਠੀਕ ਹੈ, ਰੀਥਿੰਕਿੰਗ ਟੂਰਿਜ਼ਮ, ਕਿਉਂਕਿ ਛੋਟਾ ਥੀਮ ਸੀ ਮੈਂ ਯਾਦ ਰੱਖਿਆ ਹੋਇਆ ਸੀ। ਰੀਥਿੰਕਿੰਗ ਟੂਰਿਜ਼ਮ ਇਹਦਾ ਥੀਮ ਹੈਗਾ। ਇਸ ਤੋਂ ਬਾਅਦ ਵਰਲਡ ਰੀਵਰ ਡੇ ਆਪਾਂ ਪਹਿਲਾਂ ਕਰਕੇ ਗਏ ਹਾਂ ਰਾਜੇ। ਠੀਕ ਹੈ, ਇਹ ਕਹਿੰਦੇ ਜਿਹੜਾ ਵਰਲਡ ਰੀਵਰ ਡੇ ਹੈ ਉਹਦਾ ਥੀਮ ਕੀ ਹੈਗਾ ਐਤਕੀ? ਠੀਕ ਹੈ,
ਉਹਦਾ ਥੀਮ ਹੈਗਾ ਰਾਜੇ ਇਹ ਦ ਇੰਪੋਰਟੈਂਸ ਆਫ ਰਿਵਰ ਟੂ ਬਾਇਓਡਾਇਵਰਸਿਟੀ। ਠੀਕ ਹੈ ਜੀ, ਇਹ ਜਿਹੜਾ ਥੀਮ ਹੈਗਾ ਹੁਣ ਆਪਾਂ ਇਹ ਪ੍ਰੀਸ਼ਨ ਦੀ ਲਾਸਟ ਗੱਲ ਇਨਵਾਇਰਮੈਂਟ ਹੈਲਥ ਡੇ ਕਿਸ ਨੇ ਮਨਾਇਆ ਜਾਂਦਾ ਗਾ, ਇਹ ਮਨਾਇਆ ਜਾਂਦਾ ਹੈਗਾ 24 ਸਤੰਬਰ ਨੂੰ। ਇਸ ਤੋਂ ਬਾਅਦ ਆਪਾਂ ਆ ਗਏ ਲਾਸਟ ਵਾਲੇ 'ਤੇ। ਲਾਸਟ ਵਾਲਾ ਬਹੁਤ ਜ਼ਿਆਦਾ ਇੰਪੋਰਟੈਂਟ ਆ ਰਾਜੇ। ਠੀਕ ਹੈ, ਇਹਦੇ ਵਿੱਚ ਗੱਲ ਕਰ ਰਹੇ ਹਾਂ ਆਪਾਂ ਹਿਤਾਚੀ ਐਸਟਮੋ ਹੈਜ਼ ਇੰਸਟਾਲ ਇੰਡੀਆ ਫਸਟ ਸੋਲਰ ਪਾਵਰ ਪਲਾਂਟ ਆਫ ਦਾ ਫੋਲੋਇੰਗ ਸਟੇਟ। ਬਹੁਤ ਜ਼ਿਆਦਾ ਇੰਪੋਰਟੈਂਟ ਪੋਜੀਸ਼ਨ ਹੈ। ਕਹਿੰਦੇ ਹਿਤਾਚੀ ਆਸਟੈਮੋ ਨੇ ਆਪਣਾ ਭਾਰਤ ਦੇ ਵਿੱਚ ਪਹਿਲਾ ਸੋਲਰ ਪਾਵਰ ਪਲਾਂਟ ਲਾਤਾ। ਇਹ ਕਿਹੜੀ ਸਟੇਟ ਦੇ ਵਿੱਚ ਲਾਤਾ? ਠੀਕ ਹੈ, ਪੋਜੀਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਆ ਰਾਜੇ। ਦੱਸੋ 4 ਆਪਸ਼ਨ ਤੁਹਾਡੇ ਸਾਹਮਣੇ। ਤਾਂ ਇਹ ਬਹੁਤ ਮਹਾਨ ਕੰਮ ਕਰਤਾ ਤਾਂ ਇੱਥੇ ਆ ਗਿਆ ਆਪਣਾ ਮਹਾਰਾਸ਼ਟਰ। ਕੀ ਆ ਗਿਆ ਇੱਥੇ ਆਪਣਾ? ਇੱਥੇ ਆ ਗਿਆ ਮਹਾਰਾਸ਼ਟਰ। ਠੀਕ ਹੈ, ਚੰਗੀ ਤਰ੍ਹਾਂ ਯਾਦ ਕਰ ਲਿਓ, ਬਹੁਤ ਜ਼ਿਆਦਾ ਇੰਪੋਰਟੈਂਟ ਪੋਜੀਸ਼ਨ ਹੈ ਰਾਜੇ। ਦੇਖੋ ਕੋਈ ਵੀ ਚੀਜ਼ ਤੁਸੀਂ ਸਕਿੱਪ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਤੁਸੀਂ ਵਿੱਚ ਨਾ ਬੱਚੇ ਨੂੰ ਇਹ ਹੁੰਦਾ ਇੱਕ ਦੇਖੋ ਮਾੜੇ ਮੋਟੇ ਸਕਿੱਪ ਮੈਂ ਕਰਿਆ ਹੋਣਾ, ਜਿਵੇਂ ਡਾਊਨਲੋਡ ਉਹ ਕਰ ਸਕਦਾ, ਡਾਊਨਲੋਡ ਕਰਕੇ ਵੈਬਸਾਈਟਾਂ ਤੋਂ ਵੱਖ ਆਪਾਂ ਦੇਖ ਰਹੇ ਜਿਵੇਂ ਟਾਈਮ ਨਿਊਜ਼ 'ਤੇ ਨਿਊਜ਼ ਆ ਗਈ, ਕਿਤੇ ਕਿਸੇ 'ਤੇ ਆ ਗਈ। ਠੀਕ ਹੈ, ਉੱਥੋਂ ਜਿਹੜਾ ਆਪਾਂ ਡਾਊਨਲੋਡ ਕਰਦੇ ਹਾਂ ਵਿੱਚ ਮੈਨੂੰ ਵੀ ਛੱਡਣੇ ਪੈ ਜਾਂਦਾ ਯਾਰ ਕਿ ਆਹ ਕੀ ਕਰਾਉਣਾ ਗਾ। ਠੀਕ ਹੈ, ਤਾਂ ਉਵੇਂ ਜਿਵੇਂ ਉੱਧਰੋਂ ਤੁਸੀਂ ਨਾ ਵਿੱਚ ਲੀਡਰ ਹੀ ਕਰਦੇ ਹੋ ਪਤੰਦਰੋਂ ਕਿਤੇ ਕੀ ਵੀ ਕਰਾਉਣਾ, ਇਹ ਕੀ ਕਰਨਾ ਜੀ, ਇਹਦਾ ਲੋੜ ਹੀ ਨਹੀਂ ਕਰਨ ਦੀ। ਠੀਕ ਹੈ, ਤਾਂ ਕਰਕੇ ਇੱਥੇ ਜਮੀ ਕਿਤੇ ਮੈਂ ਕਰਵਾਵਾਂ ਤੁਹਾਨੂੰ 500 MSC ਉੱਥੇ ਜਾ ਕੇ ਤੁਹਾਡੇ 100 ਵੀ ਨਾ ਯਾਦ ਹੋਵੇ। ਠੀਕ ਹੈ, ਤਾਂ ਕਰਕੇ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਜ਼ਿਆਦਾ ਤੋਂ ਜ਼ਿਆਦਾ। ਠੀਕ ਹੈ, ਜਿਹੜੀ ਚੀਜ਼ ਮੈਂ ਕਹਿੰਦੀ ਕਿ ਇੰਪੋਰਟੈਂਟ ਆ ਉਹਦਾ ਤੁਸੀਂ ਬਸ ਐਂ ਕਰ ਲਓ ਕਿ ਦਿਮਾਗ ਦੇ ਵਿੱਚ ਬਿਠਾ ਲਓ ਤਾਂ। ਠੀਕ ਹੈ, ਚਲੋ ਅੱਗੇ। ਕਹਿੰਦੇ ਅਮਰੀਕਾ ਦੇ ਸਾਬਕਾ ਸੁਰੱਖਿਆ ਠੇਕੇਦਾਰ ਐਡਵਰਡ ਸਨੋਡਨ ਨੂੰ ਕਿਸ ਦੇਸ਼ ਨੇ ਨਾਗਰਿਕਤਾ ਦਿੱਤੀ ਹੈ? ਦੱਸੋ। ਰਸ਼ੀਆ ਨੇ ਦਿੱਤੀ। ਠੀਕ ਹੈ, ਰਸ਼ੀਆ ਨੇ। ਵੈਰੀ ਇੰਪੋਰਟੈਂਟ ਪੋਜੀਸ਼ਨ ਹੈਗਾ। ਇਸ ਤੋਂ ਬਾਅਦ ਅਗਲਾ ਠੀਕ ਹੈ ਰਾਜੇ, ਤਾਂ ਇਹ ਤੁਸੀਂ ਦੇਖੋ ਇਹ ਕਹਿੰਦੇ ਕਿਹੜੀ ਬੈਂਕ ਹੈਗੀ। ਦੇਖੋ ਕਿਹੜੇ ਹੇਠ ਦੇ ਵਿੱਚ ਕਿਹੜਾ ਬੈਂਕ ਏਸ਼ੀਆ ਪ੍ਰਸ਼ਾਂਤ ਵਿੱਚ ਵਿਗੜਦੇ ਭੋਜਨ ਸੰਕਟ ਨੂੰ ਘੱਟ ਕਰਨ ਦੇ ਵਿੱਚ ਮਦਦ ਕਰਨ 2025 ਤੱਕ ਇੰਨੇ ਰੁਪਏ ਖਰਚ ਕਰੇਗਾ। ਦੇਖੋ ਰਾਜੇ ਆਪਣੇ ਨਾਲ ਤੁਹਾਨੂੰ ਪਤਾ ਕਿ ਆਪਣੇ ਨਾਲ ਖਾਣਾ ਦਾਣਾ ਫੁੱਲ ਹੈਗਾ। ਠੀਕ ਹੈ, ਆਪਣਾ ਤੀਜੇ ਨੇ ਭੋਗ ਆ ਜਾਂਦੇ ਆ, ਤੀਜੇ ਨੇ ਵਿਆਹ ਆ ਜਾਂਦੇ ਆ, ਆਪਣੇ ਨਾਲ ਖਾਣਾ ਦਾਣਾ ਫੁੱਲ ਚੱਲਦਾ। ਵਿੱਚ ਦੇਸ਼ ਇਹੋ ਜਿਹਾ ਜਿੱਥੇ ਭੁੱਖ ਨਾਲ ਹੀ ਮੌਤਾਂ ਹੁੰਦੀਆਂ ਗਈਆਂ। ਠੀਕ ਹੈ, ਉਹਦੇ ਵਾਸਤੇ ਕਿਹੜਾ ਉਹ ਇੱਕ ਬੈਂਕ ਹੈ ਜਿਹੜਾ ਕਹਿੰਦਾ ਜਿਹੜਾ ਅਸੀਂ 14 ਬਿਲੀਅਨ ਖਰਚ ਕਰਾਂਗੇ ਇਹ ਚੀਜ਼ ਨੂੰ ਘੱਟ ਕਰਨ ਵਾਸਤੇ। ਠੀਕ ਹੈ, ਤਾਂ ਇਹਦਾ ਆਨਸਰ ਹੈਗਾ ਆਪਣਾ ਡੀ ਨੰਬਰ ਆਪਸ਼ਨ ADB ਏਸ਼ੀਅਨ ਡਿਵੈਲਪਮੈਂਟ ਬੈਂਕ। ਇਹਦਾ CEO ਤੁਸੀਂ ਦੱਸਣਾ ਅਤੇ ਹੈੱਡਕੁਆਟਰ ਵੀ ਤੁਸੀਂ ਦੱਸਣਾ ਕਮੈਂਟਾਂ ਦੇ ਵਿੱਚ ਮੈਨੂੰ। ਠੀਕ ਹੈ, ਇਸ ਤੋਂ ਬਾਅਦ ਅਗਲਾ ਇਸ ਤੋਂ ਬਾਅਦ ਸਭ ਤੋਂ ਜ਼ਿਆਦਾ ਇੰਪੋਰਟੈਂਟ ਪੋਜੀਸ਼ਨ ਆ ਰਾਜੇ। ਕਹਿੰਦੇ ਹੇਠ ਲਿਖਾਂ ਵਿੱਚੋਂ ਕਿਸ ਬੈਂਕ ਨੇ ਸਾਈਬਰ ਸਿਕਿਉਰਿਟੀ ਸੈਂਟਰ ਆਫ ਐਕਸੀਲੈਂਸ ਵਿਖੇ ਐਥੀਕਲ ਹੈਕਿੰਗ ਲੈਬ ਦਾ ਉਦਘਾਟਨ ਕੀਤਾ ਹੈਗਾ? ਕਿਹੜੀ ਬੈਂਕ ਹੈ ਰਾਜੇ? ਇਹ ਬੈਂਕ ਦਾ ਮਤਲਬ ਅਸਲ ਕੰਮ ਕਰਨ ਦਾ ਪਤਾ ਕੀ ਹੈ ਕਿ ਸਾਡੀ ਬੈਂਕ ਦੇ ਵਿੱਚ ਕੋਈ ਵੀ ਹੈਕਿੰਗ ਨਾ ਹੋ ਸਕੇ। ਉਹਦੇ ਵਾਸਤੇ ਇੱਕ ਅਲੱਗ ਤੋਂ ਇਹਨਾਂ ਨੇ ਇੱਕ ਸਾਈਬਰ ਸਿਕਿਉਰਿਟੀ ਬਣਾ ਲਈ ਆਪਦੀ। ਠੀਕ ਹੈ, ਜਿਹੜੀ ਕਿ ਨਿਗਾਹ ਰੱਖਿਆ ਕਰੂਗੀ ਸਾਡਾ ਕੋਈ ਸਿਸਟਮ ਕੋਈ ਹੈਕ ਤਾਂ ਨਹੀਂ ਕਰ ਰਿਹਾ ਹੈਗਾ। ਠੀਕ ਹੈ, ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਲੀਵਰ ਕੱਪ। ਬਹੁਤ ਜ਼ਿਆਦਾ ਇੰਪੋਰਟੈਂਟ ਪੋਜੀਸ਼ਨ ਹੈ ਰਾਜੇ ਇਹ। ਟੀਮ ਬਾਰਡ। ਠੀਕ ਹੈ, ਡਿਫੀਟ ਟੀਮ ਯੂਰਪ। ਜਿਹੜੀ ਟੀਮ ਬਾਰਡ ਦਾ ਉਹਨੇ ਡਿਫੀਟ ਕਰਤਾ ਟੀਮ ਯੂਰਪ ਨੂੰ। ਕਿਹੜੇ ਕੱਪ ਦੇ ਵਿੱਚ? ਲੈਬਰ ਕੱਪ ਦੇ ਵਿੱਚ। 2 ਪੋਜੀਸ਼ਨ ਇੱਥੇ ਬਣ ਗਏ। ਲੈਬਰ ਕੱਪ ਦੇ ਵਿੱਚ ਕਿਹੜੀ ਟੀਮ ਜਿੱਤੀ ਹੈ? ਟੀਮ ਬਾਰਡ। ਠੀਕ ਹੈ, ਕਿਹਨੂੰ ਹਰਾਇਆ? ਟੀਮ ਯੂਰਪ ਨੂੰ। ਇਹ ਕਹਿੰਦੇ ਪਹਿਲੀ ਵਾਰ ਹੋਇਆ, ਫਸਟ ਟਾਈਮ ਐਵੇਂ ਹੋਇਆ। ਠੀਕ ਹੈ, ਤਾਂ ਲੀਵਰ ਕੱਪ ਆ ਜਿਹੜਾ ਇਹ ਲੇਬਰ ਕੱਪ ਹੈ ਸੰਬੰਧਿਤ ਕਿਹੜੀ ਖੇਡ ਦੇ ਨਾਲ ਹੈ? ਇਹ ਗੱਲ ਕਰ ਰਿਹਾ ਕਿ ਜਿਹੜਾ ਇਹ ਕੱਪ ਹੈ ਇਹ ਕਿਹੜੀ ਖੇਡ ਨਾਲ ਸੰਬੰਧਿਤ ਹੈਗਾ? ਦੱਸੋ। 4 ਖੇਡਾਂ ਆਪਣੇ ਸਾਹਮਣੇ ਹੈ। ਠੀਕ ਹੈ, ਤਾਂ ਇਹ ਸੰਬੰਧ ਹੈਗਾ ਰਾਜੇ ਟੈਨਿਸ ਦੇ ਨਾਲ। ਇੱਕ ਡੈਪਸ ਕੱਪ ਹੈ। ਠੀਕ ਹੈ, ਉਹਦਾ ਸੰਬੰਧ ਵੀ ਟੈਨਿਸ ਨਾਲ ਹੈ। ਇਹ ਗੱਲ ਯਾਦ ਰੱਖਿਓ। ਇਸ ਤੋਂ ਬਾਅਦ ਆ ਗਿਆ ਅਗਲਾ ਪੋਜੀਸ਼ਨ। ਅਗਲੇ ਪੋਜੀਸ਼ਨ ਦੇ ਵਿੱਚ ਕੀ ਕਹਿ ਰਹੇ ਨੇ? ਕਹਿੰਦੇ ਬੰਬੇ ਸਟੋਕ ਐਕਸਚੇਂਜ BSE ਦੀ ਫੁੱਲ ਫਾਰਮ ਹੁੰਦੀ ਹੈ ਬੰਬੇ ਸਟੋਕ ਐਕਸਚੇਂਜ। ਅੱਗੇ ਇਹਨਾਂ ਨੇ ਸੇਬੀ ਦੀ ਵੀ ਜੁਰਮਾਨਾ ਲਾਇਆ ਸੀ। ਬੰਬੇ ਸਟੋਕ ਐਕਸਚੇਂਜ ਨੇ ਆਪਣੇ ਪਲੇਟਫਾਰਮ 'ਤੇ EGR ਨੂੰ ਪੇਸ਼ ਕੀਤਾ। EGR ਨੂੰ ਪੇਸ਼ ਕਰਨ ਲਈ ਪੂੰਜੀ ਬਾਜ਼ਾਰ ਦੇ ਰੈਗੂਲੇਟਰ ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਤੋਂ ਅੰਤਮ ਮਨਜ਼ੂਰੀ ਪ੍ਰਾਪਤ ਕੀਤੀ ਹੈ। EGR ਦਾ ਅਰਥ ਕੀ ਹੈ? ਬਸ ਤੁਸੀਂ ਸਿਰਫ ਇਹੀ ਯਾਦ ਕਰਨਾ ਹੈਗਾ EGR ਦਾ ਅਰਥ ਕੀ ਹੈਗਾ। ਠੀਕ ਹੈ, ਕਿਉਂਕਿ ਐਡੇ ਪੋਜੀਸ਼ਨ ਬਣ ਜਾਂਦੇ ਹੁੰਦੇ ਹੈਗੇ। ਅਤੇ ਇਹਦਾ ਆਨਸਰ ਹੈਗਾ ਇਲੈਕਟ੍ਰੋਨਿਕਸ ਗੁੱਡ ਰਿਸਿਪਟ। ਠੀਕ ਹੈ, ਇਸ ਤੋਂ ਬਾਅਦ ਅਗਲਾ ਪੋਜੀਸ਼ਨ ਆ ਗਿਆ। ਅਗਲਾ ਪੋਜੀਸ਼ਨ ਪੁੱਛ ਰਹੇ ਕਿ ਯੂਨੀਅਨ ਐਜੂਕੇਸ਼ਨ ਸਕਿੱਲ ਡਿਵੈਲਪਮੈਂਟ ਐਂਡ ਇੰਟਰਪ੍ਰੀਨਿਓਰਸ਼ਿਪ ਮਿਨਿਸਟਰੀ ਸ਼੍ਰੀ ਧਰਮਿੰਦਰ ਪ੍ਰਧਾਨ ਨੇ। ਦੇਖੋ ਸਕਿੱਲ ਐਜੂਕੇਸ਼ਨ ਮਿਨਿਸਟਰੀ ਹੀ ਆਪਣੇ। ਠੀਕ ਹੈ, ਇਹਨਾਂ ਨੇ ਕੀ ਕੀਤਾ ਗਾ? ਡੈਸ਼ ਫਿੱਕੀ ਗਲੋਬਲ ਸਕਿੱਲ ਸਾਮਿਟ 2000 ਉਦਘਾਟਨ ਕੀਤਾ ਗਾ, ਸੰਬੋਧਨ ਕੀਤਾ। ਕੈਮੀ ਇਹਨਾਂ ਨੇ ਫਿੱਕੀ ਦੀ ਸਾਮਿਟ ਕੈਮੀ ਸਾਮਿਟ ਹੋਈ ਹੈ ਫਿੱਕੀ ਦੀ। ਠੀਕ ਹੈ, ਜਿਹੜੀ ਇਹਨਾਂ ਨੇ ਹੈਲਡ ਕੀਤੀ ਹੈ, ਮਤਲਬ ਜਿਹੜੀ ਇਹਨਾਂ ਨੇ ਉਹ ਕਰੀ ਹੈ ਜਿੱਥੇ ਪਹੁੰਚੇ ਸੀ, ਤਾਂ ਇਹ 13वीं ਨੰਬਰ ਦੀ ਹੈ। ਠੀਕ ਹੈ, 13ਵੇਂ ਨੰਬਰ ਦੀ ਹੈ। ਵੈਰੀ ਇੰਪੋਰਟੈਂਟ। ਚਲੋ ਚੱਲਦੇ ਹਾਂ ਅਗਲੇ ਪ੍ਰਸ਼ਨ 'ਤੇ। ਇਹ ਕਹਿੰਦੇ ਮੁਹੰਮਦ ਬਿਨ ਸਲਮਾਨ ਨੂੰ ਕਿਹੜੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾਤਾ? ਇੰਪੋਰਟੈਂਟ ਪ੍ਰਸ਼ਨ ਹੈ। ਇਹ ਬਣਾਤਾ C ਨੰਬਰ ਦਾ ਸਾਊਦੀ ਅਰੇਬੀਆ। ਠੀਕ ਹੈ, ਸਾਊਦੀ ਅਰੇਬੀਆ ਦਾ ਲਾਤਾ। ਬਹੁਤ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈ ਇਹ। ਠੀਕ ਹੈ ਜੀ।
ਤੇ ਇੰਟਰਨੈਸ਼ਨਲ ਡੇ ਆਫ ਅਵੇਅਰਨੈਸ ਫੂਡ ਲਾਸ ਐਂਡ ਵੇਸਟ, ਜਿਹੜਾ ਆਪਣਾ ਫੂਡ ਵੇਸਟ ਹੁੰਦਾ, ਠੀਕ ਹੈ, 2022 ਦੇ ਅਨੁਸਾਰ ਇਹਦਾ ਥੀਮ ਕੀ ਰੱਖਿਆ ਗਿਆ ਇਹਦੇ ਅੰਦਰ, ਥੀਮ ਦੀ ਗੱਲ ਕਰ ਰਹੇ ਹਾਂ ਤਾਂ ਥੀਮ ਰਾਜ ਇਹਦਾ ਰੱਖਿਆ ਗਿਆ ਹੈਗਾ B ਨੰਬਰ ਆਪਸ਼ਨ ਸਟਾਪ ਫੂਡ ਲਾਸ ਵੇਸਟ ਦਾ ਫੋਰ ਦਾ ਪੀਪਲ ਫੋਰ ਦਾ ਪਲਾਂਟ, ਠੀਕ ਹੈ। ਇਸ ਤੋਂ ਬਾਅਦ ਅਗਲਾ ਕਹਿੰਦੇ ਵਰਲਡ ਹਾਰਟ ਡੇ ਕਿਸੇ ਨੇ ਮਨਾਇਆ ਜਾਂਦਾ, ਵਰਲਡ ਹਾਰਟ ਡੇ ਤਾਂ ਇਹ ਮਨਾਇਆ ਜਾਂਦਾ ਆਪਣਾ 29 ਸਤੰਬਰ ਨੂੰ, ਠੀਕ ਹੈ। ਇਸ ਤੋਂ ਬਾਅਦ ਲਾਸਟ ਉਹ 29 ਸਤੰਬਰ ਦੇ ਆਪਰੇਸ਼ਨ ਜਾਂ 30 ਦੇ ਰਹਿ ਜੋ ਗਲਤੀ ਨਾਲ ਲਿਖਿਆ ਗਿਆ ਸੀ ਉੱਤੇ, ਠੀਕ ਹੈ। ਇਸ ਤੋਂ ਬਾਅਦ ਲਾਸਟ ਆ ਇਹ, ਬਸ ਥੋੜ੍ਹੀ ਜਿਹੀ MCQ ਰਹਿ ਕੇ ਕਰ ਦੋ ਰਾਜੇ, ਠੀਕ ਹੈ। ਬਾਹਲੀ ਲੰਬੀ ਵੀਡੀਓ ਨਹੀਂ, 5 ਮਿੰਟ ਵੀਡੀਓ 'ਚ ਹੋਰ ਲੱਗਣਗੇ। ਮੇਰਾ ਇਹ ਮਤਲਬ ਹੁੰਦਾ ਕਿ ਵੀਡੀਓ ਘੱਟ ਤੋਂ ਘੱਟ ਤੋਂ ਛੋਟੀ ਪ੍ਰੋਵਾਈਡ ਕਰਵਾਵਾਂ, ਸਿਰਫ ਨੋਰਮਲ ਚੀਜ਼ਾਂ ਦੱਸਾਂ, ਕਿਉਂਕਿ ਕਰੰਟ ਅਫੇਅਰ ਬਹੁਤ ਹੋ ਜਾਣੇ ਪੇਪਰ ਤੱਕ। ਜੇ ਮੈਂ ਹੁਣ ਇੱਕ ਦਿਨ 'ਤੇ ਘੰਟਾ ਲਾਉਣ ਲੱਗ ਗਿਆ ਫਿਰ ਤਾਂ ਕਰੰਟ ਅਫੇਅਰ ਹੋ ਗਏ ਆਪਣੇ, ਠੀਕ ਹੈ। ਹੂ ਹੈਜ਼ ਬੀਨ ਇੰਟੀਗ੍ਰੇਟਡ ਸਾਈਕੋਜੈਨਿਕ ਇੰਜਨ ਮੈਨੂਫੈਕਚਰਿੰਗ ਫੈਸਿਲਿਟੀ ਹਿੰਦੁਸਤਾਨ ਏਅਰਨੋਟਿਕਲ ਲਿਮਟਿਡ ਇਨ ਬੈਂਗਲੁਰੂ, ਕਿਸ ਨੇ ਬੈਂਗਲੁਰੂ ਦੇ ਵਿੱਚ ਹਿੰਦੁਸਤਾਨ ਐਰੋਨੋਟਿਕ ਲਿਮਟਿਡ ਦੀ ਏਕੀਕ੍ਰਿਤ ਕਾਇਓਜੈਨਿਕ ਇੰਜਨ ਨਿਰਮਾਣ ਸੁਵਿਧਾ ਦਾ ਉਦਘਾਟਨ ਕੀਤਾ ਗਾ, ਇਹ ਕੀਤਾ ਦ੍ਰੋਪਦੀ ਮੁਰਮੂ, ਠੀਕ ਹੈ। ਕਿਉਂਕਿ ਜਿੱਥੇ ਵੀ ਕਿਤੇ ਰਾਜੇ ਦੇਖੋ ਗੱਲ ਸੁਣ, ਜਿੱਥੇ ਵੀ ਕਿਤੇ ਵਾਈਸ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ, ਠੀਕ ਹੈ, ਇਹ ਤਿੰਨੇ ਬੰਦੇ ਕਿਸੇ ਵੀ ਚੀਜ਼ ਦਾ ਉਦਘਾਟਨ ਕਰਦੇ ਆ ਤਾਂ ਉਹ ਆਪਰੇਸ਼ਨ ਬਹੁਤ ਜ਼ਿਆਦਾ ਹਾਈਲਾਈਟਡ ਅਤੇ ਟੌਪ ਦੇ ਵਿੱਚ ਰੱਖਣਾ ਤੁਸੀਂ, ਇਹ ਆਪਰੇਸ਼ਨ ਦਾ ਕਿਸੇ ਹਿਸਾਬ ਦੇ ਸਕਿਪ ਹੋਣੀ ਨਹੀਂ ਚਾਹੀਦਾ, ਠੀਕ ਹੈ। ਤਾਂ ਕਰਕੇ ਅਤੇ ਦ੍ਰੋਪਦੀ ਮੁਰਮੂ ਕਿੰਨੇ ਨੰਬਰ ਦੇ ਆਪਣੇ, ਕਿੰਨੇ ਨੰਬਰ ਦੀ ਪ੍ਰੈਜ਼ੀਡੈਂਟ ਆਪਣੇ ਇਹ ਹੈਗਾ 15ਵੇਂ ਦੇ, ਠੀਕ ਹੈ। ਕੋਵਿੰਦ ਜਿਹੜੇ ਤੋਂ ਪਹਿਲਾਂ 14ਵੇਂ ਨੰਬਰ 'ਤੇ ਸੀ। ਇਸ ਤੋਂ ਬਾਅਦ ਅਗਲਾ ਆਪਰੇਸ਼ਨ ਆ ਗਿਆ ਆਪਣੇ ਕੋਲ IFS ਬੰਦਾਰੂ ਬਿਲਸਨ ਬਾਬੂ ਹੈਜ਼ ਬੀਨ ਅਪੁਆਇੰਟਡ ਦਾ ਨੈਕਸਟ ਮੈਨ ਇੰਡੀਆ ਟੂ ਵਿੱਚ ਆਫ ਫੋਲੋ, ਇਹਨਾਂ ਨੂੰ ਬ੍ਰਾਂਡ ਅੰਬੈਸਡਰ ਬਣਾਤਾ, ਠੀਕ ਹੈ। ਨਿਊ ਅੰਬੈਸਡਰ ਲਾਤਾ, ਬ੍ਰਾਂਡ ਅੰਬੈਸਡਰ ਸੋਰੀ ਨਿਊ ਅੰਬੈਸਡਰ ਲਾਤਾ, ਜਿਵੇਂ ਕਿ ਆਪਾਂ ਰਾਜਦੂਤ ਲਾਤਾ। ਜਿਵੇਂ ਆਪਾਂ ਕੈਨੇਡਾ ਅਮਰੀਕਾ ਦੇ ਵਿੱਚ ਜਾਂਦੇ ਹਾਂ ਉੱਥੇ ਵੀ ਆਪਣੇ ਲੋਕ ਬੈਠੇ ਹੁੰਦੇ ਆ, ਜੇ ਕਈ ਵਾਰ ਉੱਥੇ ਲੋਕਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਰੇ ਦੇਸ਼ਾਂ ਦੇ ਰਾਜਦੂਤ ਉਹ ਆਪਣੇ ਦੇਸ਼ ਦੇ ਵਿੱਚ ਬੈਠੇ ਆ ਅਤੇ ਆਪਣੇ ਦੇਸ਼ਾਂ ਦੇ ਰਾਜਦੂਤ ਅਗਲੇ ਦੇ ਦੇਸ਼ ਦੇ ਵਿੱਚ ਬੈਠੇ ਉਹ ਜਿਵੇਂ ਬਹਿੰਦੇ ਆ। ਕਹਿੰਦੇ ਜਿਹੜੇ ਬੰਦਾਰੂ ਹੈਗਾ, ਠੀਕ ਹੈ, ਬਿਲਸਨ ਬਾਬੂ, ਇਹਨਾਂ ਨੂੰ ਕਿਹੜੇ ਦੇਸ਼ ਦੇ ਵਿੱਚ ਰਾਜਦੂਤ ਨਿਯੁਕਤ ਕੀਤਾ ਗਾ, ਤਾਂ ਆਪਰੇਸ਼ਨ ਇੰਪੋਰਟੈਂਟ ਹੈ, ਦੱਸੋ ਰਾਜੀ ਕਿਹੜੇ ਦੇਸ਼ ਦੇ ਵਿੱਚ ਲਾਤਾ, ਮਾੜਾ ਮੋਟਾ ਲਾਓ ਦਿਮਾਗ। ਤਾਂ ਇਹ ਰਾਜੇ ਇਹਨਾਂ ਨੂੰ ਲਾਤਾ D ਨੰਬਰ ਆਪਸ਼ਨ ਦੇ ਵਿੱਚ ਮਾਦਾਗਾਸਕਰ, ਠੀਕ ਹੈ। ਮਾਦਾਗਾਸਕਰ ਦੇ ਬਾਅਦ ਇਦੋਂ ਵੀ ਪਹਿਲਾਂ ਵੀ ਆਪਾਂ ਆਪਰੇਸ਼ਨ ਕੀ ਪੜ੍ਹ ਕੇ ਗਏ ਹਾਂ, ਤਾਂ ਕਰਕੇ ਇੰਪੋਰਟੈਂਟ ਹੋ ਜਾਂਦੀ ਹੈ ਚੀਜ਼, ਓਕੇ। ਇਸ ਤੋਂ ਬਾਅਦ ਅਗਲਾ ਆਪਰੇਸ਼ਨ ਵੀ ਇੰਪੋਰਟੈਂਟ ਹੈ, ਦੇਖੋ ਜਿੱਥੇ ਵੀ ਕੋਈ ਪਹਿਲੀ ਚੀਜ਼ ਬਣ ਗਈ ਨਾ ਤਾਂ ਬਾਹਲਾ ਇੰਪੋਰਟੈਂਟ ਹੈ। ਪਹਿਲੀ ਪ੍ਰਾਈਮ ਮਿਨਿਸਟਰ ਬਣ ਗਈ ਕੌਣ, ਜਾਰਜੀਆ ਮੈਲੋਨੀ, ਕਿੱਥੋਂ ਦੀ ਬਣ ਗਈ, ਕਿਹੜੇ ਦੇਸ਼ ਦੀ ਬਣ ਗਈ ਇਹ ਪੁੱਛ ਰਹੇ ਨੇ ਆਪਾਂ ਤੋਂ, ਤਾਂ ਇਹ ਬਣ ਗਈ UK ਦੀ। ਬਹੁਤ ਜ਼ਿਆਦਾ ਇੰਪੋਰਟੈਂਟ ਆਪਰੇਸ਼ਨ ਹੈ ਰਾਜੇ, ਬਹੁਤ ਜ਼ਿਆਦਾ, ਠੀਕ ਹੈ। ਇਸ ਤੋਂ ਬਾਅਦ ਅਗਲਾ ਨਿਮਨਲਿਖਤ ਵਿੱਚੋਂ ਕਿਸੇ ਨੂੰ ਪਹਿਲੀ ਵਾਰ ਮਹਾਰਾਣੀ ਐਲਿਜ਼ਾਬੈਥ II ਵੂਮੈਨ ਆਫ ਦਾ ਈਅਰ, ਬਹੁਤ ਜ਼ਿਆਦਾ ਇੰਪੋਰਟੈਂਟ ਆਪਰੇਸ਼ਨ ਹੈ ਰਾਜੇ। ਤੁਹਾਨੂੰ ਦੱਸਤਾ ਮੈਂ ਕਰੰਟ ਫਿਰ ਇਦੋਂ ਬਾਹਰ ਨਹੀਂ ਆਉਣਗੇ, ਇਦੋਂ ਬਾਅਦ ਇੰਪੋਰਟੈਂਟ ਚੀਜ਼ਾਂ ਰਹਿ ਗਈਆਂ ਮੈਨੂੰ ਤਾਂ ਉਹ ਨਹੀਂ ਪਤਾ ਲੱਗਦਾ, ਠੀਕ ਹੈ। ਸੁਏਲਾ ਪ੍ਰੇਵਮੈਨ, ਤਰੀਕਾ ਨਾਲ ਯਾਦ ਕਰ ਲਓ, ਜਦੋਂ ਇੱਕ ਵਾਰੀ ਚੀਜ਼ ਪੜ੍ਹੀ ਗਏ ਉਹੀ ਚੀਜ਼ਾਂ ਜ਼ਿਆਦਾ ਰਹਿਣ ਲੱਗ ਜਾਂਦੀਆਂ ਆਟੋਮੈਟਿਕ, ਠੀਕ ਹੈ। ਵਿੱਚ ਆਫ ਦਾ ਫੋਲੋਇੰਗ ਏਅਰਪੋਰਟ ਹੈਜ਼ ਬੌਨ ਏਅਰਪੋਰਟ ਸਰਵਿਸ ਕੁਆਲਿਟੀ ASQ 2021 ਮਿਸ਼ਨ ਸੇਫਗਾਰਡ, ਮਿਸ਼ਨ ਕਿਹੜਾ ਗਾ ਸੇਫਗਾਰਡ। ਹਵਾਈ ਹੇਠ ਲਿਖਿਆ ਵਿੱਚ ਹਵਾਈ ਅੱਡਿਆਂ ਵਿੱਚੋਂ ਕਿਸ ਨੇ ਮਿਸ਼ਨ ਸੇਫਗਾਰਡ ਲਈ ਏਅਰਪੋਰਟ ਸਰਵਿਸ ਕੁਆਲਿਟੀ 2021 ਤੇ 22 ਦਾ ਪੁਰਸਕਾਰ ਜਿੱਤਿਆ ਹੈ। ਦੇਖੋ ਮਿਸ਼ਨ ਸੇਫਗਾਰਡ ਬਹੁਤ ਜ਼ਿਆਦਾ ਇੰਪੋਰਟੈਂਟ ਆਪਰੇਸ਼ਨ, ਇਹ ਜਿੱਤਿਆ ਕੋਚੀਨ ਇੰਟਰਨੈਸ਼ਨਲ ਏਅਰਪੋਰਟ ਕੋਚੀ, ਠੀਕ ਹੈ। ਇਹੋ ਜਿਹੇ ਆਪਰੇਸ਼ਨ ਸਾਰੇ ਇੰਪੋਰਟੈਂਟ ਆਪਰੇਸ਼ਨ ਦੇ ਵਿੱਚੋਂ ਹੀ ਬਣਨਗੇ, ਬੇਫਿਕਰ ਹੋ ਕੇ ਪੜ੍ਹੋ, ਠੀਕ ਹੈ। ਹੁਣ ਆ ਗਿਆ 7ਵਾਂ, ਤੁਸੀਂ ਕਹੋਗੇ 7ਵਾਂ ਵਿੱਚ ਹੈ ਨਹੀਂ, ਜਿਹੜੇ ਆਪਰੇਸ਼ਨ ਇੰਪੋਰਟੈਂਟ ਨਹੀਂ ਸੀ ਉਹ ਮੈਂ ਸਕਿਪ ਕਰ ਦੇਣਾ ਹੁੰਦਾ ਗਾ, ਠੀਕ ਹੈ, ਕਿਉਂਕਿ ਫਿਰ PC ਦੇ ਵਿੱਚ ਉਵੇਂ ਜਿਵੇਂ ਸੈਟਿੰਗ ਨਹੀਂ ਆਉਂਦੀ। ਯੂਨਾਈਟਿਡ ਨੈਸ਼ਨ ਐਜੂਕੇਸ਼ਨ ਸਾਇੰਟੀਫਿਕ ਐਂਡ ਕਲਚਰ ਯੂਨੈਸਕੋ ਨੇ ਕਿਹੜਾ ਡੇ ਡਿਕਲੇਅਰ ਕੀਤਾ ਕਿ ਅਸੀਂ ਯੂਨੀਵਰਸ ਐਕਸੈਸ ਟੂ ਇਨਫੋਰਮੇਸ਼ਨ, ਠੀਕ ਹੈ, ਸਰਵ ਵਿਆਪਕ ਪਹੁੰਚ ਲਈ ਅੰਤਰਰਾਸ਼ਟਰੀ ਦਿਵਸ ਮਨਾਵਾਂਗੇ, ਠੀਕ ਹੈ। ਤਾਂ ਕਿਹੜਾ ਦਿਨ ਘੋਸ਼ਿਤ ਕੀਤਾ ਰਾਜੇ ਇਹਨਾਂ ਨੇ ਘੋਸ਼ਿਤ ਕੀਤਾ ਗਾ 28 ਸਤੰਬਰ ਨੂੰ, ਠੀਕ ਹੈ। ਹੋਰ ਕੋਈ ਜ਼ਿਆਦਾ ਡੀਪਲੀ ਜਾਣ ਦੀ ਲੋੜ ਨਹੀਂ। 9ਵਾਂ ਆਪਰੇਸ਼ਨ ਕਰ ਲਓ ਤੁਸੀਂ, 9ਵੇਂ 'ਚ ਕੀ ਕਹਿ ਰਹੇ ਨੇ, ਕਹਿੰਦੇ ਫਾਸਟ ਚੈਸ ਪਲੇਅਰ ਕਿਹੜਾ ਹੈਗਾ, ਠੀਕ ਹੈ। ਕਹਿੰਦੇ ਦੱਸੋ ਹੂ ਅਮੰਗ ਦਾ ਫਾਸਟ ਚੈਸ ਪਲੇਅਰ ਟੂ ਹਿੱਟ ਦਾ ਹਿਸਟੋਰੀਕਲ 2900 ਟੂਰ, ਠੀਕ ਹੈ। ਇਤਿਹਾਸਕ 2900 ਟੂਰ ਰੇਟਿੰਗ ਮਾਰਕ ਨੂੰ ਹਿੱਟ ਕਰਨ ਵਾਲਾ ਪਹਿਲਾ ਸ਼ਤਰੰਜ ਖਿਡਾਰੀ ਕੌਣ ਬਣਿਆ ਹੈ, ਅਤੇ ਬਹੁਤ ਜ਼ਿਆਦਾ ਇੰਪੋਰਟੈਂਟ ਆਪਰੇਸ਼ਨ ਹੈ ਰਾਜੇ, ਇਹ ਬਣਿਆ ਹੈਗਾ ਮੈਗਨਸ ਕਾਰਲਸਨ। ਇਸ ਤੋਂ ਬਾਅਦ ਥੀਮ ਕੀ ਹੈ, ਵਰਲਡ ਰੈਵੀਜ਼ ਡੇ, ਬਹੁਤ ਜ਼ਿਆਦਾ ਇੰਪੋਰਟੈਂਟ ਆਪਰੇਸ਼ਨ ਹੈ ਰਾਜੇ, ਰੈਵੀਜ਼ ਡੇ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਆਪਰੇਸ਼ਨ ਹੈ। ਤਾਂ ਇਹਦਾ ਕੀ ਆਊਗਾ ਦੱਸੋ, E ਨੰਬਰ ਆਪਸ਼ਨ ਰੈਵੀਜ਼, ਠੀਕ ਹੈ। ਰੈਵੀਜ਼ ਡੇ E ਨੰਬਰ ਆਪਸ਼ਨ ਆ ਜਾਊਗਾ ਇਹਦਾ, ਠੀਕ ਹੈ। ਬਹੁਤ ਜ਼ਿਆਦਾ ਇੰਪੋਰਟੈਂਟ ਰੈਵੀਜ਼ ਡੇ, ਪਤਾ ਕੀ ਹੁੰਦਾ ਰਾਜੇ ਤੁਹਾਨੂੰ ਪਤਾ, ਕਈ ਵਾਰੀ ਕਿਸੇ ਨੂੰ ਕੋਈ ਹਲਕਾ ਕੁੱਤਾ ਵੱਢ ਲੇ
ठीक है, ਉਹਦੇ ਵਾਸਤੇ ਇਹ ਮਨਾਇਆ ਜਾਂਦਾ ਹੈਗਾ ਰਿਵੀਜ਼ ਡੇ। ਠੀਕ ਹੈ, ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਥੀਮ ਤਾਂ ਤੁਸੀਂ ਰਿਵੀਜ਼ ਡੇ ਦਾ ਬਿਲਕੁਲ ਹੀ ਨਹੀਂ ਭੁੱਲਣਾ। ਠੀਕ ਹੈ, ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਦੇ। ਸਾਰੇ ਪ੍ਰਸ਼ਨ ਇੰਪੋਰਟੈਂਟ ਹੈ ਜਿਹੜੇ ਮੈਂ ਕਹਿੰਦੇ ਇੰਪੋਰਟੈਂਟ ਉਹ ਤਾਂ ਸਰ ਹੀ ਹੈ ਬਸ। ਦੇਸ਼ ਭਰ ਵਿੱਚ ਇੱਕ ਪਿੰਡ ਵਿੱਚ ਚੁਣੇ ਹੋਏ ਖੂਹਾਂ ਦੇ ਪਾਣੀ ਦੇ ਪੱਧਰ ਨੂੰ ਹਾਸਲ ਕਰਨ ਲਈ ਪੇਂਡੂ ਵਿਕਾਸ ਮੰਤਰਾਲੇ ਦੁਆਰਾ ਹੇਠ ਲਿਖੋ ਕਿਹੜੀ ਐਪ ਤਿਆਰ ਕੀਤੀ ਗਈ ਹੈ। ਜਿਹੜੇ ਆਪਣੇ ਪੇਂਡੂ ਇਲਾਕਿਆਂ ਦੇ ਵਿੱਚ ਖੂਹ ਹੈਗੇ, ਠੀਕ ਹੈ, ਉਹਨਾਂ ਦੇ ਵਿੱਚ ਕਿੰਨਾ ਕੁ ਪਾਣੀ ਦਾ ਲੈਵਲ ਰਹਿ ਗਿਆ, ਉਹ ਚੀਜ਼ ਵਾਸਤੇ ਇੱਕ ਐਪ ਚਲਾਈ ਗਈ ਹੈ। ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ, ਐਪ ਤੋਂ ਪ੍ਰਸ਼ਨ ਆ ਸਕਦਾ ਹੁੰਦਾ ਗਾ। ਠੀਕ ਹੈ, ਤਾਂ ਜਲ ਦੂਤ ਐਪ ਦੇਖੋ, ਐਪ ਹੋ ਗਈ, ਕੋਈ ਵੀ ਇੰਡੈਕਸ ਹੋ ਗਿਆ, ਕੋਈ ਵੀ ਇੰਡੈਕਸ ਹੋ ਗਿਆ। ਠੀਕ ਹੈ, ਕੋਈ ਵੀ ਫਾਸਟ ਅਪੁਆਇੰਟਮੈਂਟ ਹੋ ਗਈ, ਕੋਈ ਫਾਸਟ ਚੀਜ਼ ਲਾਂਚ ਹੋ ਗਈ, ਵਾਈਸ ਪ੍ਰੈਜ਼ੀਡੈਂਟ, ਠੀਕ ਹੈ, ਪ੍ਰਾਈਮ ਮਿਨਿਸਟਰ, ਇਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਹੋ ਜਾਂਦੀਆਂ ਰਾਜੇ। ਕੋਈ ਵੀ ਨਵੀਂ ਚੀਜ਼ ਚਲਾਤੀ, ਠੀਕ ਹੈ, ਤਾਂ ਕਰਕੇ ਸਾਰੀਆਂ ਚੀਜ਼ਾਂ ਜਿੱਥੇ ਵੀ ਕਿਤੇ ਔਰਤ ਕੋਈ ਕਿਸੇ ਨੇ ਕੰਪੇਨ ਚਲਾਈ ਹੈ, ਕੋਈ ਪ੍ਰੋਗਰਾਮ ਲਾਂਚ ਕੀਤਾ, ਸਾਰੀਆਂ ਇੰਪੋਰਟੈਂਟ ਚੀਜ਼ਾਂ ਆ ਜਾਂਦੀਆਂ। ਠੀਕ ਹੈ, ਇਹ ਚਲਾਈਏ ਜਲਦੂਤ, ਇਹ ਯਾਦ ਰੱਖ ਲਿਓ। ਇਸ ਤੋਂ ਬਾਅਦ ਅਗਲਾ ਆਹ ਛੱਡਣਾ ਚਾਹੁੰਦੇ ਹੋ ਛੱਡ ਸਕਦੇ ਹੋ, ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਠੀਕ ਹੈ, ਡਾਟਾ ਸਿਕਿਉਰਿਟੀ ਕਾਊਂਸਲ ਆਫ ਇੰਡੀਆ ਦਾ ਨਵਾਂ CEO ਕਿਹਨੂੰ ਲਾਤਾ। ਠੀਕ ਹੈ, 12ਵਾਂ ਆਪਰੇਸ਼ਨ ਹੈ, ਇਹਦਾ CEO ਲਾਤਾ ਬਨੇਕ ਗੌਡਸੇ ਨੂੰ। ਇਸ ਤੋਂ ਬਾਅਦ ਥੀਮ ਦੱਸਣਾ ਆਪਣੀ ਇੰਟਰਨੈਸ਼ਨਲ ਡੇ ਯੂਨੀਵਰਸ ਐਕਸੈਸ ਟੂ ਇਨਫੋਰਮੇਸ਼ਨ 2022, ਇਹਦਾ ਥੀਮ ਕੀ ਹੈਗਾ। ਠੀਕ ਹੈ ਜੀ, ਥੀਮ ਦੱਸਣਾ ਆਪਾਂ ਇਹਦਾ ਥੀਮ ਹੈਗਾ ਆਰਟੀਫਿਸ਼ੀਅਲ ਇੰਟੈਲੀਜੈਂਸ, ਈ ਗਵਰਨੈਂਸ ਐਂਡ ਐਕਸੈਸ ਟੂ। ਕਿਤੇ ਤੁਹਾਨੂੰ ਛੋਟੀ ਈ ਮਿਲਦੀ ਹੈ ਜਿਹਦਾ ਮਤਲਬ ਹੁੰਦਾ ਇਲੈਕਟ੍ਰੋਨਿਕ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਆਪਾਂ ਨੂੰ ਪੁੱਛਿਆ ਜਾ ਰਿਹਾ ਹੈਗਾ ਬਾਰਡਰ ਰਿਵੀਜ਼ ਡੇ। ਰਿਵੀਜ਼ ਡੇ ਆਪਾਂ ਪਹਿਲਾਂ ਕਰਕੇ ਗਏ ਹਾਂ। ਠੀਕ ਹੈ, ਇਹ 28 ਸਤੰਬਰ ਨੂੰ ਮਨਾਇਆ ਜਾਂਦਾ। ਪਹਿਲੀ ਗੱਲ ਤਾਂ ਇਹ ਯਾਦ ਰੱਖ ਲਓ ਕਦੋਂ ਮਨਾਇਆ ਜਾਂਦਾ ਗਾ, 28 ਸਤੰਬਰ ਨੂੰ ਮਨਾਇਆ ਜਾਂਦਾ ਡਾਕਟਰ ਰਿਵੀਜ਼ ਡੇ। ਓਕੇ, ਪਹਿਲਾ ਆਪਰੇਸ਼ਨ ਦਾ ਥੋੜ੍ਹਾ ਇੱਥੋਂ ਬਣਨਾ ਗਾ। ਰਿਵੀਜ਼ ਡੇ ਕਦੋਂ ਮਨਾਇਆ ਜਾਂਦਾ, 28 ਸਤੰਬਰ ਨੂੰ। ਦੂਸਰਾ ਇਹ ਕਹਿੰਦੇ ਇਹ ਕਿਹਦੀ ਸ਼ਰਧਾਂਜਲੀ ਵਜੋਂ ਮਨਾਇਆ ਜਾਂਦਾ ਗਾ। ਠੀਕ ਹੈ, ਇਹ ਪੁੱਛ ਰਹੇ ਅਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਲੂਈ ਪਾਸਚਰ, ਜਿਹਨੇ ਪਾਸਜੀਕਰਨ ਦੀ ਵਿਧੀ ਦਿੱਤੀ ਸੀ। ਪਾਸਜੀਕਰਨ ਦੀ ਦੁੱਧ ਨੂੰ ਗਰਮ ਕਰਕੇ ਉਹਦੇ ਵਿੱਚੋਂ ਕੀਟਾਣੂਆਂ ਨੂੰ ਨਸ਼ਟ ਕਰਨਾ, ਉਹ ਚੀਜ਼ ਹੈਗੀ। ਠੀਕ ਹੈ, ਤਾਂ ਇਹਨਾਂ ਨਾਲ ਆਪਣੇ ਇਹ 25 ਤੋਂ ਲੈ ਕੇ 30 ਸਤੰਬਰ ਤੱਕ ਦੇ ਕਰੰਟ ਅਫੇਅਰ ਬਿਲਕੁਲ ਕੰਪਲੀਟ ਹੋ ਚੁੱਕੇ ਆ। ਇਸ ਤੋਂ ਬਾਅਦ ਕੁਛ ਨਹੀਂ ਤੁਹਾਡੇ ਕੋਲ ਆਊਗਾ ਸਤੰਬਰ ਤੋਂ ਬਾਅਦ। ਸਤੰਬਰ ਦੇ ਤੁਹਾਡੇ ਕੰਪਲੀਟ ਹੋ ਗਏ। ਠੀਕ ਹੈ, ਜੁਲਾਈ, ਅਗਸਤ, ਸਤੰਬਰ ਕੰਪਲੀਟ ਹੋਏ ਵੇ ਆ। ਹੁਣ ਆਪਾਂ ਕੱਲ੍ਹ ਤੋਂ ਕਰਾਂਗੇ ਅਕਤੂਬਰ ਦੇ ਕਰੰਟ ਅਫੇਅਰ। ਇੱਕ ਵੀਕ ਦੇ 4 ਕੁ ਦਿਨਾਂ ਦੇ ਵਿੱਚ ਆਪਾਂ ਇਹ ਨਿਬੇੜ ਦਾਂਗੇ ਅਕਤੂਬਰ ਦੇ, ਫਿਰ 4 ਕੁ ਦਿਨਾਂ ਵਿੱਚ ਨਵੰਬਰ ਦੇ ਨਿਬੇੜ ਦਾਂਗੇ ਆਪਾਂ। ਠੀਕ ਹੈ, ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ।